Hello everyone, welcome to Victor's Knowledge. This is Chinu Sharma and today we are going to take up demo lecture on Indian economy for the course of combined PPSC Cooperative Society as well as ਨਾਇਬ ਤਹਿਸੀਲਦਾਰ। ਸੋ ਜਿਹੜਾ ਅੱਜ ਦਾ ਇਹ ਲੈਕਚਰ ਹੈ ਇੰਡੀਅਨ ਇਕਨੋਮੀ ਦਾ, ਇਹਦੇ ਅੰਦਰ ਆਪਾਂ ਅਨਐਮਪਲੋਇਮੈਂਟ ਦਾ ਜਿਹੜਾ ਇੰਪੋਰਟੈਂਟ ਟੌਪਿਕ ਹੈ ਡਿਸਕਸ ਕਰਾਂਗੇ। ਜਿਹੜਾ ਅਨਐਮਪਲੋਇਮੈਂਟ ਦਾ ਟੌਪਿਕ ਹੈ ਤੁਸੀਂ ਕੋਈ ਵੀ ਕੁਐਸਚਨ ਪੇਪਰ ਚੱਕ ਕੇ ਦੇਖ ਲਓ, ਜਦੋਂ ਵੀ ਕੁਐਸਚਨ ਇਕਨੋਮਿਕਸ ਦੇ ਵਿੱਚੋਂ ਆਉਂਦਾ ਹੈ ਤਾਂ 99% ਅਨਐਮਪਲੋਇਮੈਂਟ ਦੇ ਵਿੱਚੋਂ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਹੈ। ਸਪੈਸੀਫਿਕਲੀ ਇਹਦੇ ਵਿੱਚ ਤੁਸੀਂ ਫੋਕਸ ਕਰਨਾ ਹੈ ਟਾਈਪਸ ਆਫ ਅਨਐਮਪਲੋਇਮੈਂਟ, ਸੀਜ਼ਨਲ ਕਿਹੜੀ ਹੁੰਦੀ ਹੈ, ਫ੍ਰਿਕਸ਼ਨਲ ਕਿਹੜੀ ਹੁੰਦੀ ਹੈ, ਡਿਸਗਾਈਜ਼ਡ ਅਨਐਮਪਲੋਇਮੈਂਟ ਕਿਹੜੀ ਹੁੰਦੀ ਹੈ। ਆਲਸੋ ਜਿਹੜੇ ਕੁਝ ਇੰਪੋਰਟੈਂਟ ਇੰਡੀਅਨ ਗਵਰਨਮੈਂਟ ਦੇ ਦੁਆਰਾ ਪ੍ਰੋਗਰਾਮਸ ਚਲਾਏ ਗਏ ਨੇ ਅਨਐਮਪਲੋਇਮੈਂਟ ਬੇਰੁਜ਼ਗਾਰੀ ਨੂੰ ਦੂਰ ਕਰਨ ਦੇ ਲਈ, ਉਹ ਵੀ ਆਪਾਂ ਨੇ ਜ਼ਰੂਰ ਦੇਖਣੇ ਆ। ਸੋ ਸਟਾਰਟਿੰਗ ਵਿਦ ਦਾ ਟੌਪਿਕ, ਸਭ ਤੋਂ ਪਹਿਲਾਂ ਆਪਾਂ ਕੁਝ ਇੰਪੋਰਟੈਂਟ ਟਰਮਸ ਦੀਆਂ ਜਿਹੜੀਆਂ ਅਨਐਮਪਲੋਇਮੈਂਟ ਟੌਪਿਕ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦੇ ਮਤਲਬ ਸਮਝ ਲੈਂਦੇ ਹਾਂ। ਸੋ ਕੰਮ, ਵਰਕ ਆਪਣੇ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਹੀ ਅਹਿਮ ਰੋਲ ਪਲੇ ਕਰਦਾ ਹੈ। ਕੋਈ ਵੀ ਇਨਸਾਨ ਹੈ ਜਾਂ ਕੋਈ ਸੁਸਾਇਟੀ ਦੇ ਮੈਂਬਰ ਹੈ ਜਿਹਨੇ ਵੀ ਜ਼ਿੰਦਗੀ ਦੇ ਵਿੱਚ ਰਹਿਣਾ ਹੈ ਸਹੀ ਤਰੀਕੇ ਦੇ ਨਾਲ, ਉਹਨੂੰ ਆਪਣੀ ਜ਼ਿੰਦਗੀ ਨੂੰ ਚਲਾਉਣ ਦੇ ਲਈ, ਬੇਸਿਕ ਲਾਈਵਲੀਹੁੱਡ ਦੇ ਲਈ ਕੰਮ ਦੀ ਜ਼ਰੂਰਤ ਪੈਂਦੀ ਹੈ। ਸੋ ਇੱਕ ਵਰਕਰ ਕੌਣ ਹੈ? ਵਰਕਰ ਉਹ ਇੰਡੀਵਿਜੂਅਲ ਹੈ, ਉਹ ਇਨਸਾਨ ਹੈ ਜਿਹੜਾ ਕੋਈ ਨਾ ਕੋਈ ਪ੍ਰੋਡਕਟਿਵ ਕੰਮ ਕਰ ਰਿਹਾ ਹੈ ਟੂ ਅਰਨ ਅ ਲਿਵਿੰਗ। ਸੋ ਆਪਣੀ ਜ਼ਿੰਦਗੀ ਨੂੰ ਚਲਾਉਣ ਦੇ ਲਈ, ਬੇਸਿਕ ਰੋਟੀ ਕੱਪੜਾ ਮਕਾਨ, ਜਿਹੜੀ ਆਪਾਂ ਨੂੰ ਬੇਸਿਕ ਲਿਵਿੰਗ ਦੇ ਲਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਉਹਨਾਂ ਨੂੰ ਕਮਾਉਣ ਦੇ ਲਈ, ਹਾਸਿਲ ਕਰਨ ਦੇ ਲਈ, ਜਦੋਂ ਕੋਈ ਵੀ ਇਨਸਾਨ ਇੰਡੀਵਿਜੂਅਲ ਕਿਸੇ ਤਰ੍ਹਾਂ ਦੇ ਪ੍ਰੋਡਕਟਿਵ ਕੰਮ ਦੇ ਵਿੱਚ ਲੱਗਿਆ ਹੋਵੇ। ਪ੍ਰੋਡਕਟਿਵ ਕੰਮ ਦਾ ਮਤਲਬ ਹੈ ਕਿ ਤੁਸੀਂ ਕੋਈ ਕੰਮ ਸਿਰਫ ਚੈਰਿਟੀ ਲਈ ਨਹੀਂ ਕਰ ਰਹੇ, ਤੁਹਾਨੂੰ ਉਹਦੇ ਬਦਲੇ ਦੇ ਵਿੱਚ ਕੁਝ ਅਰਨਿੰਗ ਹੋ ਰਹੀ ਹੈ, ਤੁਸੀਂ ਉੱਥੇ ਕੁਝ ਕਮਾ ਰਹੇ ਹੋ, ਤੁਸੀਂ ਆਊਟ ਆਫ ਲਵ, ਆਊਟ ਆਫ ਕੇਅਰ ਕੋਈ ਕੰਮ ਨਹੀਂ ਕਰ ਰਹੇ, ਬਦਲੇ ਦੇ ਵਿੱਚ ਤੁਸੀਂ ਕੁਝ ਹਾਸਿਲ ਕਰ ਰਹੇ ਹੋ। ਸੋ ਉਹ ਇਨਸਾਨ ਜਿਹੜਾ ਕਿਸੇ ਤਰ੍ਹਾਂ ਦੀ ਪ੍ਰੋਡਕਟਿਵ ਐਕਟੀਵਿਟੀ ਦੇ ਵਿੱਚ ਹੈ ਆਪਣੀ ਲਿਵਿੰਗ ਨੂੰ ਅਰਨ ਕਰਨ ਦੇ ਲਈ, ਉਸ ਇਨਸਾਨ ਨੂੰ ਨਾਮ ਦਿੱਤਾ ਗਿਆ ਵਰਕਰ ਦਾ। ਸੋ ਇੱਕ ਪ੍ਰੋਡਕਟਿਵ ਜਾਂ ਇਕਨੋਮਿਕ ਐਕਟੀਵਿਟੀ ਕਿਹੜੀ ਹੋਗੀ? ਸੋ ਉਹ ਐਕਟੀਵਿਟੀ ਜਿਹਨੂੰ ਕੋਈ ਇਨਸਾਨ ਪਰਫਾਰਮ ਕਰਦਾ ਹੈ ਆਪਣੀ ਲਿਵਿੰਗ ਨੂੰ ਅਰਨ ਕਰਨ ਦੇ ਲਈ। ਬੇਸਿਕਲੀ ਇਕਨੋਮਿਕ ਐਕਟੀਵਿਟੀ ਵਿੱਚ ਆ ਗਿਆ ਤੁਸੀਂ ਕੋਈ ਚੀਜ਼ ਕੰਜ਼ੰਪਸ਼ਨ ਦੇ ਲਈ ਵਰਤ ਰਹੇ ਹੋ, ਪ੍ਰੋਡਕਸ਼ਨ ਹੋ ਰਹੀ ਹੈ, ਡਿਸਟ੍ਰੀਬਿਊਸ਼ਨ ਹੋ ਰਹੀ ਹੈ। ਸੋ ਤਿੰਨ ਇੰਪੋਰਟੈਂਟ ਚੀਜ਼ਾਂ ਨੇ ਜਿਨ੍ਹਾਂ ਨੂੰ ਮਿਲ ਕੇ ਇਕਨੋਮਿਕ ਐਕਟੀਵਿਟੀ ਬਣ ਰਹੀ ਹੈ। ਤੁਸੀਂ ਕੁਝ ਖਰੀਦ ਰਹੇ ਹੋ ਜਾਂ ਤੁਸੀਂ ਕੁਝ ਆਪ ਪ੍ਰੋਡਿਊਸ ਕਰ ਰਹੇ ਹੋ, ਵੇਚ ਰਹੇ ਹੋ, ਅੱਗੇ ਡਿਸਟ੍ਰੀਬਿਊਟ ਕਰ ਰਹੇ ਹੋ। ਸੋ ਇਹ ਕਿਸੇ ਵੀ ਤਰ੍ਹਾਂ ਦਾ ਡਾਇਰੈਕਟਲੀ ਇਨਡਾਇਰੈਕਟਲੀ ਕੰਮ ਹੋ ਸਕਦਾ ਹੈ ਤੇ ਇਹਨਾਂ ਨੂੰ ਆਪਾਂ ਨੇ ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ ਡਿਵਾਈਡ ਕੀਤਾ ਹੈ। ਜਿਹੜੀ ਪ੍ਰੋਡਕਸ਼ਨ ਐਕਟੀਵਿਟੀ ਹੈ ਉਹਦਾ ਮਤਲਬ ਹੈ ਇਨਕਮ ਜਨਰੇਟ ਕਰਨ ਦੇ ਲਈ ਤੁਸੀਂ ਗੁੱਡਸ ਜਾਂ ਸਰਵਿਸਿਜ਼ ਨੂੰ ਪ੍ਰੋਡਿਊਸ ਕਰ ਰਹੇ ਹੋ। ਸੋ ਚਾਹੇ ਤੁਸੀਂ ਕੋਈ ਆਪ ਪ੍ਰੋਡਕਸ਼ਨ ਕਰ ਰਹੇ ਹੋ ਜਾਂ ਤੁਸੀਂ ਜਿਹੜੀ ਤੁਹਾਡੀ ਕਲਾ ਹੈ, ਕੋਈ ਸਰਵਿਸਿਜ਼ ਹੈ, ਤੁਹਾਨੂੰ ਕੋਈ ਨੌਲੇਜ ਹੈ, ਉਹਨੂੰ ਅੱਗੇ ਤੁਸੀਂ ਸ਼ੇਅਰ ਕਰ ਰਹੇ ਹੋ ਤੇ ਉਹਦੇ ਬਦਲੇ 'ਚ ਤੁਸੀਂ ਕੋਈ ਇਨਕਮ ਜਨਰੇਟ ਕਰ ਰਹੇ ਹੋ। ਸੋ ਜਿਵੇਂ ਟੀਚਰਸ ਹੋ ਗਏ, ਆਪਣੀ ਸਰਵਿਸਿਜ਼ ਵੇਚਦੇ ਨੇ, ਜਾਂ ਫਿਰ ਕੋਈ ਡਾਕਟਰ ਹੋ ਗਏ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਪ੍ਰੋਡਕਸ਼ਨ ਐਕਟੀਵਿਟੀ ਹੈ ਉਹਦਾ ਮਤਲਬ ਹੈ ਸਾਰੀਆਂ ਉਹ ਐਕਟੀਵਿਟੀਜ਼ which are undertaken to produce goods and services for generation of income। next labor force ਕੀ ਹੈ? ਲੇਬਰ ਫੋਰਸ ਉਹ ਸਾਰੇ ਲੋਕ ਨੇ, ਉਹ ਸਾਰੇ ਇਨਸਾਨ ਨੇ ਜਿਹੜੇ ਕੰਮ ਕਰ ਰਹੇ ਨੇ, ਜਿਨ੍ਹਾਂ ਦੇ ਕੋਲ ਜੌਬ ਹੈ and those who are not working but able to work and willing to work। ਸੋ ਜਿਹੜੇ ਵੀ ਇਨਸਾਨ ਕੰਮ ਕਰ ਰਹੇ ਨੇ, ਜਿਨ੍ਹਾਂ ਦੇ ਕੋਲ ਇਸ ਟਾਈਮ ਕੰਮ ਹੈ, ਜੌਬ ਹੈ, ਤੇ ਨਾਲ ਹੀ ਲੇਬਰ ਫੋਰਸ ਦੇ ਵਿੱਚ ਉਹ ਲੋਕ ਵੀ ਆਉਣਗੇ ਜਿਹੜੇ ਕੰਮ ਕਰਨ ਦੀ ਸ਼ਮਤਾ ਰੱਖਦੇ ਨੇ, ਕੇਪੇਬਲ ਨੇ ਤੇ ਕੰਮ ਕਰਨਾ ਚਾਹੁੰਦੇ ਨੇ। ਸੋ ਲੇਬਰ ਫੋਰਸ ਦਾ ਮਤਲਬ ਹੈ ਇੱਕ ਪੁਆਇੰਟ ਆਫ ਟਾਈਮ ਤੇ ਇੱਕ ਇਕਨੋਮੀ ਦੇ ਵਿੱਚ, ਸੋਸਾਇਟੀ ਦੇ ਵਿੱਚ ਜਿੰਨੇ ਵੀ ਲੋਕ ਜੌਬ ਕਰ ਰਹੇ ਨੇ ਜਾਂ ਜਿਹੜੇ ਜੌਬ ਕਰਨੀ ਚਾਹੁੰਦੇ ਨੇ, ਉਹ ਸਾਰੇ ਦੇ ਸਾਰੇ ਲੇਬਰ ਫੋਰਸ ਦੇ ਅੰਦਰ ਆਉਂਦੇ ਨੇ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਡੈਫੀਨੇਸ਼ਨ ਹੈ ਐਗਜ਼ਾਮ ਦੇ ਲਈ। ਨੈਕਸਟ ਹੈ ਵਰਕ ਫੋਰਸ। ਵਰਕ ਫੋਰਸ ਦਾ ਮਤਲਬ ਹੈ ਜਿੰਨੇ ਲੋਕ, ਨੰਬਰ ਆਫ ਪਰਸਨ ਜਿਹੜੇ ਇੱਕ ਟਾਈਮ ਦੇ ਉੱਤੇ ਅਸਲ ਵਿੱਚ ਇੰਪਲੋਇਡ ਨੇ, ਐਕਚੁਅਲੀ ਕੰਮ ਕਰ ਰਹੇ ਨੇ, ਸੋ ਜਿਹੜੇ ਕਿਸੇ ਨਾ ਕਿਸੇ ਪ੍ਰੋਡਕਟਿਵ ਐਕਟੀਵਿਟੀ ਵਿੱਚ ਨੇ। ਸੋ ਲੇਬਰ ਫੋਰਸ ਦੇ ਵਿੱਚ ਆਪਾਂ ਨੇ ਪਰਸਨ ਵਰਕਿੰਗ ਪਲੱਸ ਪਰਸਨ ਸੀਕਿੰਗ ਐਂਡ ਅਵੇਲੇਬਲ ਫॉर ਵਰਕ, ਜਿਹੜੇ ਕੰਮ ਲੱਭ ਰਹੇ ਨੇ, ਭਾਲ ਨੇ ਕੰਮ ਦੇ ਵਿੱਚ, ਜਾਂ ਫਿਰ ਜਿਹੜੇ ਕੰਮ ਕਰਨ ਲਈ ਤਿਆਰ ਨੇ। ਸੋ ਇਹ ਇਨਸਾਨ ਸਾਰੇ ਲੇਬਰ ਫੋਰਸ ਨੇ। ਜੇ ਹੁਣ ਇਹਦੇ ਵਿੱਚੋਂ ਆਪਾਂ ਇਸ ਕੈਟੇਗਰੀ ਨੂੰ ਕੱਟ ਕਰ ਦਈਏ, ਪਰਸਨ ਸੀਕਿੰਗ ਤੇ ਅਵੇਲੇਬਲ ਨੂੰ, ਜਿਨ੍ਹਾਂ ਦੇ ਕੋਲ ਅਸਲ ਵਿੱਚ ਕੰਮ ਨਹੀਂ ਹੈ, ਉਹਨਾਂ ਨੂੰ ਉਰੇ ਮਾਈਨਸ ਕਰ ਦਈਏ,
ਤਾਂ ਆਪਣੇ ਕੋਲ ਸਿਰਫ ਬਚਣਗੇ ਪਰਸਨ ਵਰਕਿੰਗ, ਜਿਹੜੇ ਅਸਲ ਵਿੱਚ ਕੰਮ ਕਰ ਰਹੇ ਨੇ, ਤੇ ਇਹੀ ਇਨਸਾਨ ਨੇ ਜਿਨ੍ਹਾਂ ਨੂੰ ਆਪਾਂ ਨੇ ਵਰਕ ਫੋਰਸ ਕੈਟੇਗਰੀ ਦੇ ਵਿੱਚ ਐਡ ਕੀਤਾ ਹੈ। ਤੇ ਇਹਦੇ ਵਿੱਚ ਜਿਹੜੀ ਏਜ ਗਰੁੱਪ ਆਉਂਦੀ ਹੈ that is 15 to 60 ਜਨਰਲੀ। ਸੋ ਨੈਕਸਟ ਆਪਾਂ ਗੱਲ ਕਰਾਂਗੇ ਟਾਈਪਸ ਆਫ ਵਰਕਰ ਦੀ। ਸੋ ਵਰਕਰ ਆਪਣੇ ਕੋਲ ਦੋ ਤਰ੍ਹਾਂ ਦੇ ਨੇ, ਇੱਕ ਤਾਂ ਸੈਲਫ ਇੰਪਲੋਇਡ, ਦੂਜੇ ਨੇ ਜਿਹੜੇ ਹਾਇਰਡ ਵਰਕਰ ਹੁੰਦੇ ਨੇ। ਹਾਇਰਡ ਦੇ ਵਿੱਚ ਕੀ ਹੁੰਦਾ, ਕੁਝ ਕੈਜੂਅਲ ਹੁੰਦੇ ਨੇ, ਕੁਝ ਰੈਗੂਲਰ ਵਰਕਰ ਹੁੰਦੇ ਨੇ, ਜਿਹੜੇ ਸੈਲਰੀਡ ਇੰਪਲੋਇਜ਼ ਹੁੰਦੇ ਨੇ। ਸੋ ਕੈਜੂਅਲ ਦੇ ਵਿੱਚ ਆ ਗਏ ਜਿਵੇਂ ਆਪਣੇ ਜੋ ਵੀ ਇੰਪਲੋਇਰਸ ਨੇ ਨਹੀਂ ਹਾਇਰ ਕੀਤੇ, ਆਪਣੀ ਲੇਬਰ ਫੋਰਸ ਦੇ ਹੋ ਗਏ, ਦਿਹਾੜੀ ਵਾਲੇ। ਬਾਕੀ ਰੈਗੂਲਰ ਵਰਕਰ ਸੈਲਰੀਡ ਦੇ ਵਿੱਚ ਉਹ ਆ ਗਏ ਜਿਨ੍ਹਾਂ ਨੂੰ ਕਿਸੇ ਕੰਪਨੀ ਨੇ, ਕਿਸੇ ਆਰਗੇਨਾਈਜੇਸ਼ਨ ਨੇ ਪ੍ਰੋਪਰ ਰੈਗੂਲਰ ਬੇਸ ਦੇ ਉੱਤੇ, ਚਾਹੇ ਕੋਈ ਟੈਂਪਰੇਰੀ ਕੰਟਰੈਕਟ ਕਰਕੇ ਕੀਤਾ ਹੋਵੇ ਜਾਂ ਕੋਈ ਪਰਮਾਨੈਂਟ ਬੇਸ ਦੇ ਉੱਤੇ, ਪਰ ਸਟਿਲ ਰੈਗੂਲਰ ਬੇਸਿਸ ਉੱਤੇ ਉਹਨਾਂ ਨੂੰ ਕਿਸੇ ਪਾਰਟਿਕੂਲਰ ਟਾਈਮ ਪੀਰੀਅਡ ਦੇ ਲਈ ਜੌਬ ਮਿਲੀ ਹੋਈ ਹੈ। ਸੋ ਜੇ ਆਪਾਂ ਸੈਲਫ ਇੰਪਲੋਇਡ ਦੀ ਗੱਲ ਕਰੀਏ ਤਾਂ ਇਹਨਾਂ ਦਾ ਮਤਲਬ ਹੈ ਉਹ ਲੋਕ ਜਿਹੜੇ ਆਪਣਾ ਆਪ ਕੰਮ ਕਰਦੇ ਨੇ, ਜਿਨ੍ਹਾਂ ਨੇ ਆਪਣੀ ਕੋਈ ਜਿਵੇਂ ਦੁਕਾਨ ਖੋਲੀ ਹੋਈ ਹੈ। So worker who own, operate an enterprise to earn their livelihood are known as self-employed। ਜੇ ਹਾਇਰਡ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਕਿਸੇ ਹੋਰ ਨੇ ਰੱਖਿਆ ਹੋਇਆ ਹੈ। ਸੋ those people who are hired by others, ਇਹਨਾਂ ਨੂੰ wages ਦਿੱਤੀਆਂ ਜਾਂਦੀਆਂ ਨੇ ਜਾਂ ਸੈਲਰੀ ਮਿਲਦੀ ਹੈ as reward for their services। ਤੇ ਇਹਦੇ ਵਿੱਚ ਫਰਸਟ ਕੈਟੇਗਰੀ ਹੈ casual worker। ਸੋ casual ਉਹ ਲੋਕ ਨੇ which are not hired by their employee on regular permanent basis। ਇਹਨਾਂ ਨੂੰ ਕੋਈ ਪਰਮਾਨੈਂਟ ਇੰਪਲੋਈ ਵਾਲੇ ਬੈਨੀਫਿਟਸ ਵੀ ਨਹੀਂ ਮਿਲਦੇ, ਜਿਵੇਂ ਸੋਸ਼ਲ ਸਿਕਿਉਰਿਟੀ ਬੈਨੀਫਿਟ ਹੋ ਗਏ। ਸੋ ਇਹ ਸਾਰੀਆਂ ਚੀਜ਼ਾਂ ਕੈਜੂਅਲ ਵਰਕਰਸ ਨੂੰ ਨਹੀਂ ਮਿਲਦੀਆਂ। ਨੈਕਸਟ ਸੈਕਿੰਡ ਟਾਈਪ ਹੈ ਹਾਇਰਡ ਵਰਕਰ ਦੀ, ਰੈਗੂਲਰ ਵਰਕਰ ਸੈਲਰੀਡ ਇੰਪਲੋਈ। when a worker is engaged by someone or by an enterprise and pays his or her wages, ਜਿਹਨੂੰ ਸਮੇਂ ਅਨੁਸਾਰ ਪ੍ਰੋਪਰ ਰੈਗੂਲਰ ਟਾਈਮ ਦੇ ਉੱਤੇ ਵੇਜਿਸ ਮਿਲਦੀਆਂ ਨੇ, ਸੋ ਉਹਨਾਂ ਨੂੰ ਕਿਹਾ ਗਿਆ ਰੈਗੂਲਰ ਸੈਲਰੀਡ ਇੰਪਲੋਈਜ਼। ਸੋ ਹੁਣ ਆਪਣਾ ਜਿਹੜਾ ਟੌਪਿਕ ਹੈ ਅਨਐਮਪਲੋਇਮੈਂਟ, ਬੇਰੁਜ਼ਗਾਰੀ, ਇਹਦੇ ਵਿੱਚ ਆਪਾਂ ਨੇ ਵਰਕਰ ਬਾਰੇ ਦੇਖ ਲਿਆ, ਲੇਬਰ ਕੀ ਹੁੰਦੀ ਹੈ। ਸੋ ਉਹ ਸਾਰੀ ਚੀਜ਼ਾਂ ਆਪਾਂ ਨੇ ਦੇਖ ਲਈਆਂ। ਹੁਣ ਆਪਾਂ ਇੱਕ ਜਨਰਲ ਅਸਲੀ ਡੈਫੀਨੇਸ਼ਨ ਦੇਖ ਲੈਂਦੇ ਹਾਂ ਸਭ ਤੋਂ ਪਹਿਲਾਂ ਅਨਐਮਪਲੋਇਮੈਂਟ ਦੀ। ਸੋ ਅਨਐਮਪਲੋਇਮੈਂਟ, ਬੇਰੁਜ਼ਗਾਰੀ ਇੱਕ ਇਹੋ ਜਿਹੀ ਸਿਚੁਏਸ਼ਨ ਹੈ ਜਿੱਥੇ ਇੱਕ ਇਨਸਾਨ ਕੰਮ ਕਰਨ ਲਈ ਤਿਆਰ ਹੈ ਤੇ ਵਿਲਿੰਗ ਹੈ ਕੰਮ ਕਰਨ ਦੇ ਲਈ, ਜਿੰਨੀਆਂ ਵੇਜ ਰੇਟ ਉਸ ਸਮੇਂ ਚੱਲ ਰਹੀਆਂ ਨੇ, ਜੋ ਪ੍ਰੀਵੇਲਿੰਗ ਵੇਜ ਰੇਟ ਹੈ ਉਹਦੇ ਉੱਤੇ ਕੰਮ ਕਰਨ ਲਈ ਤਿਆਰ ਹੈ, ਪਰ ਫਿਰ ਵੀ ਉਹਨੂੰ ਜਦੋਂ ਕੰਮ ਨਹੀਂ ਮਿਲਦਾ ਤਾਂ ਉਸ ਸਿਚੁਏਸ਼ਨ ਨੂੰ ਕਿਹਾ ਜਾਂਦਾ ਹੈ ਅਨਐਮਪਲੋਇਮੈਂਟ। ਅਨਐਮਪਲੋਇਮੈਂਟ ਰੇਟ ਕੀ ਹੈ? ਐਗਜ਼ਾਮ ਦੇ ਵਿੱਚ ਬਹੁਤ ਵਾਰੀ ਡਾਇਰੈਕਟਲੀ ਅਨਐਮਪਲੋਇਮੈਂਟ ਰੇਟ ਉੱਤੇ ਕੁਐਸਚਨ ਆਉਂਦਾ। ਸੋ ਇਹਦਾ ਮਤਲਬ ਹੈ ਲੇਬਰ ਫੋਰਸ ਦੀ ਪਰਸੈਂਟੇਜ ਜਿਨ੍ਹਾਂ ਦੇ ਕੋਲ ਕੰਮ ਨਹੀਂ ਹੈ ਡਿਵਾਈਡਡ ਬਾਈ ਜਿੰਨੀ ਟੋਟਲ ਪਰਸੈਂਟੇਜ ਹੈ ਪੋਪੂਲੇਸ਼ਨ ਦੀ। ਸੋ that is unemployment rate। ਸੋ ਜੇ ਹੁਣ ਆਪਾਂ ਟਾਈਪਸ ਦੀ ਗੱਲ ਕਰਦੇ ਹਾਂ, ਸਭ ਤੋਂ ਜ਼ਿਆਦਾ ਇੰਪੋਰਟੈਂਟ ਟੌਪਿਕ ਅਨਐਮਪਲੋਇਮੈਂਟ ਦੇ ਵਿੱਚੋਂ ਟਾਈਪਸ ਦੇ ਉੱਤੇ ਬਣਦਾ ਹੈ ਫਰੋਮ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ। ਸੋ ਹੁਣ ਆਪਾਂ ਵਨ ਬਾਏ ਵਨ ਇਹਨਾਂ ਦੀ ਬ੍ਰੌਡਰ ਕੈਟੇਗਰੀਜ਼ ਦੇਖਾਂਗੇ, ਉਸ ਤੋਂ ਬਾਅਦ ਇਹਨਾਂ ਦੀ ਸਬ ਡਿਵੀਜ਼ਨ ਦੇਖਾਂਗੇ। ਸੋ ਟਾਈਪਸ ਆਫ ਅਨਐਮਪਲੋਇਮੈਂਟ ਦੇ ਅੰਦਰ ਪਹਿਲੀ ਆਉਂਦੀ ਹੈ ਰੂਰਲ। ਸੋ ਜਿਹੜੀ ਪੇਂਡੂ ਖੇਤਰਾਂ ਦੇ ਵਿੱਚ ਬੇਸਿਕਲੀ ਬੇਰੁਜ਼ਗਾਰੀ ਦੇਖੀ ਜਾਂਦੀ ਹੈ ਉਹ ਦੋ ਤਰ੍ਹਾਂ ਦੀ ਹੈ, ਸੀਜ਼ਨਲ, ਡਿਸਗਾਈਜ਼ਡ। ਦੂਜੇ ਨੰਬਰ ਦੀ ਹੈ ਦੈਨ ਓਪਨ, ਫ੍ਰਿਕਸ਼ਨਲ, ਕਲਚਰਲ, ਸਾਈਕਲਿਕਲ। ਇਹ ਜਨਰਲ ਅਨਐਮਪਲੋਇਮੈਂਟਸ ਨੇ। ਤੀਜੀ ਜੇ ਆਪਾਂ ਸਪੈਸੀਫਿਕਲੀ ਅਰਬਨ, ਸ਼ਹਿਰੀ ਖੇਤਰਾਂ ਨੂੰ ਦਿਮਾਗ 'ਚ ਰੱਖਦੇ ਹੋਏ ਦੇਖੀਏ ਤਾਂ ਉਰੇ ਜਿਹੜੀ ਮੇਨ ਬੇਰੁਜ਼ਗਾਰੀ ਦੇਖਣ ਨੂੰ ਮਿਲਦੀ ਹੈ ਉਹ ਹੈ ਇੰਡਸਟਰੀਅਲ, ਐਜੂਕੇਟਿਡ, ਟੈਕਨੋਲੋਜੀਕਲ। ਸੋ ਹੁਣ ਆਪਾਂ ਵਨ ਬਾਏ ਵਨ ਜੋ ਵੀ ਐਗਜ਼ਾਮ ਪੁਆਇੰਟ ਤੋਂ ਇੰਪੋਰਟੈਂਟ ਟਾਈਪਸ ਨੇ ਉਹਨਾਂ ਦਾ ਹੋਰ ਡੀਪਲੀ ਮਤਲਬ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਪਹਿਲੀ ਹੈ ਫ੍ਰਿਕਸ਼ਨਲ ਅਨਐਮਪਲੋਇਮੈਂਟ। ਸੋ ਇਹਦਾ ਮਤਲਬ ਹੈ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੋਕ ਕੋਈ ਵੀ ਆਪਣੀ ਜਿਹੜੀ ਆਕੂਪੇਸ਼ਨ ਹੈ, ਕੰਮ ਹੈ, ਉਹਨੂੰ ਬਦਲਣ ਦੇ ਲਈ ਜਾਂ ਫਿਰ ਕੋਈ ਪ੍ਰਮੋਸ਼ਨ ਲੈਣ ਦੇ ਲਈ, ਸਵਿਚ ਕਰਨ ਦੇ ਲਈ ਕੰਪਨੀਜ਼ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰਦੇ ਨੇ, ਤਾਂ ਉਸ ਸਮੇਂ ਜਿਹੜੀ ਬੇਰੁਜ਼ਗਾਰੀ ਆਉਂਦੀ ਹੈ ਉਹ ਥੋੜੇ ਸਮੇਂ ਦੇ ਲਈ ਉਹਨੂੰ ਕਿਹਾ ਜਾਂਦਾ ਹੈ ਫ੍ਰਿਕਸ਼ਨਲ ਅਨਐਮਪਲੋਇਮੈਂਟ। ਸੋ ਇਹ ਉਹ ਅਨਐਮਪਲੋਇਮੈਂਟ ਹੈ that occur because of people moving or changing occupation। Next is structural, very important for exam।
ਸੋ ਇਹ ਹੁੰਦੀ ਹੈ ਜਦੋਂ ਕਿਸੇ ਸੁਸਾਇਟੀ ਦੇ ਵਿੱਚ, ਇਕੋਨਮੀ ਦੇ ਵਿੱਚ ਕੋਈ ਟੈਕਨੋਲੋਜੀ ਦੇ ਵਿੱਚ ਬਦਲਾਵ ਆ ਜਾਵੇ। ਸੋ ਜਿਵੇਂ ਪਹਿਲਾਂ ਕੀ ਹੁੰਦਾ ਸੀ, ਸਾਰਾ ਕੰਮ ਹੱਥੀਂ ਕੀਤਾ ਜਾਂਦਾ ਸੀ, ਹੁਣ ਹੌਲੀ ਹੌਲੀ ਮਾਡਰਨਾਈਜੇਸ਼ਨ ਹੋ ਰਹੀ ਹੈ, ਡਿਜੀਟਾਈਜੇਸ਼ਨ ਹੋ ਰਹੀ ਹੈ। ਉਹਦੇ ਕਰਕੇ ਜਦੋਂ ਹੁਣ ਸਾਰਾ ਕੰਮ ਕੰਪਿਊਟਰ ਬੇਸਡ ਹੋ ਗਿਆ ਤਾਂ ਬਹੁਤ ਸਾਰੇ ਲੋਕਾਂ ਨੂੰ, ਜਿਨ੍ਹਾਂ ਨੂੰ ਨਵੀਂ ਟੈਕਨੋਲੋਜੀ ਬਾਰੇ ਜਲਦੀ ਜਲਦੀ ਉਹਨਾਂ ਦੇ ਅੰਦਰ ਕੈਪੇਬਿਲਿਟੀ ਨਹੀਂ ਹੈ ਕਿ ਉਹ ਸਮਝ ਸਕਣ, ਸੋ ਉਹਨਾਂ ਦੇ ਲਈ ਜਿਹੜੀ ਇੱਕ ਤਰ੍ਹਾਂ ਦੀ ਟਫ ਸਿਚੁਏਸ਼ਨ ਆ ਰਹੀ ਹੈ ਅਨਐਮਪਲੋਇਮੈਂਟ ਦੀ, ਸੋ ਉਹਨੂੰ ਆਪਾਂ ਸਟਰਕਚਰਲ ਅਨਐਮਪਲੋਇਮੈਂਟ ਕੈਟੇਗਰੀ ਦੇ ਅੰਦਰ ਐਡ ਕਰਾਂਗੇ। So this is defined as unemployment arising from technical change such as automation, from changes in the composition of output due to variation in type of people demand. For example, typewriters ਦੀ demand ਵਿੱਚ ਬਹੁਤ ਹੀ ਜ਼ਿਆਦਾ ਗਿਰਾਵਟ ਆਈ ਹੈ ਤੇ ਇਹਦੇ ਨਾਲ ਜਿਹੜੀ ਟਾਈਪਰਾਈਟਰ ਇੰਡਸਟਰੀ ਦੇ ਅੰਦਰ ਪਹਿਲਾਂ ਵਰਕਰ ਸੀ ਉਹ ਆਲਮੋਸਟ ਅਨਐਮਪਲੋਇਮੈਂਟ ਹੋ ਚੁੱਕੇ ਨੇ, ਸੋ ਆਲਮੋਸਟ ਅਨਐਮਪਲੋਇਡ ਹੋ ਚੁੱਕੇ ਨੇ। ਸੋ ਹੁਣ ਕੀ ਹੈ, ਟਾਈਪਰਾਈਟਰਸ ਦੀ ਬਜਾਏ ਸਾਰਾ ਕੁਝ ਆਪਾਂ ਲੈਪਟਾਪਸ ਤੇ ਟਾਈਪ ਕਰਵਾ ਲੈਂਦੇ ਆ। ਸੋ ਇੱਕ ਤਾਂ ਇਹਦੇ ਨਾਲ ਲੋਕਾਂ ਨੂੰ ਲੱਗਦਾ ਕਿ ਸਾਡਾ ਟਾਈਮ ਬਚ ਰਿਹਾ ਹੈ, ਬਟ ਇਹਦੇ ਨਾਲ ਨੁਕਸਾਨ ਕਿਹਨੂੰ ਹੋਇਆ, ਜਿਹੜੇ ਪੁਰਾਣੇ ਜ਼ਮਾਨੇ ਦੇ ਟਾਈਪਰਾਈਟਰ ਸੀ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਟੈਕਨੋਲੋਜੀ ਦੇ ਵਿੱਚ ਚੇਂਜ ਆਉਣ ਕਰਕੇ, ਲੋਕਾਂ ਦੀ ਡਿਮਾਂਡ ਦੇ ਵਿੱਚ ਚੇਂਜ ਆਉਣ ਕਰਕੇ ਅਨਐਮਪਲੋਇਮੈਂਟ ਆਉਂਦੀ ਹੈ। ਸੋ ਉਹਨੂੰ ਕਿਹਾ ਜਾਂਦਾ ਹੈ ਸਟਰਕਚਰਲ ਅਨਐਮਪਲੋਇਮੈਂਟ। ਜਦੋਂ ਵੀ ਤੁਸੀਂ ਵਰਡ ਐਗਜ਼ਾਮ ਦੇ ਵਿੱਚ ਸਟਰਕਚਰਲ ਦੇਖੋ, ਉੱਥੇ ਤੁਸੀਂ ਫਟਾਫਟ ਆਪਸ਼ਨਸ ਚ ਲੱਭਣ ਦੀ ਕੋਸ਼ਿਸ਼ ਕਰਨੀ ਹੈ ਵੀ ਟੈਕਨੋਲੋਜੀ ਕਿਤੇ ਲਿਖਿਆ ਹੋਇਆ, ਸੋ ਤੁਹਾਡਾ ਆਨਸਰ ਡਾਇਰੈਕਟਲੀ ਸਿਰਫ ਟੈਕਨੋਲੋਜੀ ਵਾਲਾ ਹੀ ਹੋਊਗਾ। ਨੈਕਸਟ ਹੈ ਸਾਈਕਲਿਕਲ ਅਨਐਮਪਲੋਇਮੈਂਟ। ਸੋ ਸਾਈਕਲਿਕਲ ਦਾ ਮਤਲਬ ਹੈ ਜਿੱਥੇ ਬਿਜ਼ਨਸ ਸਾਈਕਲ ਦੇ ਵਿੱਚ ਜਦੋਂ ਅਪ ਡਾਊਨ ਆਉਂਦੇ ਨੇ, ਜਿਹੜੀ ਮਾਰਕੀਟ ਹੈ ਉਹਦੇ ਵਿੱਚ ਕਈ ਵਾਰੀ ਬੂਮ ਆ ਜਾਂਦੀ ਹੈ, ਫਿਰ ਰਿਸੈਸ਼ਨ ਆਉਂਦੀ ਹੈ। ਸੋ ਜਦੋਂ ਮਾਰਕੀਟ ਦੇ ਵਿੱਚ ਗਿਰਾਵਟ ਆਵੇ ਤਾਂ ਉੱਥੇ ਜਿਹੜੀ ਅਨਐਮਪਲੋਇਮੈਂਟ ਆਉਂਦੀ ਹੈ, ਲੋਕਾਂ ਦੀਆਂ ਜੌਬਸ ਜਾਂਦੀਆਂ ਨੇ, ਸੋ ਉਹਨੂੰ ਕਿਹਾ ਜਾਂਦਾ ਹੈ ਸਾਈਕਲਿਕਲ ਅਨਐਮਪਲੋਇਮੈਂਟ। ਸੋ ਜਦੋਂ ਬਿਜ਼ਨਸ ਸਾਈਕਲ ਦੇ ਵਿੱਚ ਫਲਕਚੁਏਸ਼ਨ ਆਵੇ, ਸੋ ਜਿਵੇਂ ਨਾਰਮਲ ਅਪ ਡਾਊਨ ਹੁੰਦੇ ਨੇ ਇਕੋਨਮੀ ਦੇ ਵਿੱਚ, ਜਿਹਨੂੰ ਬੂਮ ਕਿਹਾ ਜਾਂਦਾ ਹੈ, ਰਿਸੈਸ਼ਨ ਕਿਹਾ ਜਾਂਦਾ ਹੈ, ਜਿਹੜੇ ਇਹ ਕਨਸੈਪਟ ਨੇ ਇਹਨਾਂ ਨੂੰ ਵੀ ਆਪਾਂ ਅਲੱਗ ਤੋਂ ਡੀਪਲੀ ਜਦੋਂ ਹੋਰ ਟੌਪਿਕ ਕਰਾਂਗੇ ਇਕੋਨਮੀ ਦੇ ਅੱਗੇ ਉਹਨਾਂ ਵਿੱਚ ਸਮਝਾਂਗੇ। ਸੋ ਉਰੇ ਤੁਸੀਂ ਬੇਸਿਕਲੀ ਰੈਫਰੈਂਸ ਦੇ ਲਈ ਸਮਝ ਲਓ ਕਿ ਜਿਹੜੇ ਇਕੋਨਮੀ ਦੇ ਵਿੱਚ, ਮਾਰਕੀਟ ਦੇ ਵਿੱਚ ਵੱਡੇ ਲੈਵਲ ਤੇ ਜਿਹੜੀਆਂ ਕੰਪਨੀਆਂ ਕੰਮ ਕਰਦੀਆਂ ਨੇ, ਉਹਨਾਂ ਨੂੰ ਜਦੋਂ ਇਸ ਤਰ੍ਹਾਂ ਦੀਆਂ ਬਿਜ਼ਨਸ ਫਲਕਚੁਏਸ਼ਨਸ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਕੀ ਕਰਦੇ ਨੇ, ਬਹੁਤ ਸਾਰੇ ਵਰਕਰਸ ਨੂੰ ਜੌਬ ਤੋਂ ਕੱਢ ਦਿੰਦੇ ਨੇ। ਸੋ ਜਦੋਂ ਸਾਈਕਲਸ ਦੇ ਕਰਕੇ ਬੇਰੁਜ਼ਗਾਰੀ ਆਵੇ, ਕਾਫੀ ਲੋਕਾਂ ਦੀ ਜੌਬ ਜਾਵੇ, ਤਾਂ ਉਸ ਸਿਚੁਏਸ਼ਨ ਨੂੰ ਕਹਿੰਦੇ ਆ ਸਾਈਕਲਿਕਲ ਅਨਐਮਪਲੋਇਮੈਂਟ। ਨੈਕਸਟ ਇਜ਼ ਓਪਨ ਅਨਐਮਪਲੋਇਮੈਂਟ। ਸੋ ਇਹ ਉਹ ਸਿਚੁਏਸ਼ਨ ਹੈ ਜਿੱਥੇ ਵਰਕਰ ਕੰਮ ਕਰਨ ਲਈ ਤਿਆਰ ਨੇ, ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਦੇ ਕੋਲ ਜਿਹੜੀ ਲੋੜਵੰਦ ਕੈਪੇਬਿਲਿਟੀ ਹੈ, ਕੁਆਲੀਫਿਕੇਸ਼ਨ ਹੈ ਉਹ ਵੀ ਹੈਗੀ, ਪਰ ਫਿਰ ਵੀ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਪੂਰਾ ਟਾਈਮ ਫੁੱਲ ਟਾਈਮ ਉਹ ਅਨਐਮਪਲੋਇਡ ਰਹਿ ਰਹੇ ਨੇ। ਸੋ ਇਸ ਸਿਚੁਏਸ਼ਨ ਨੂੰ ਕਿਹਾ ਜਾ ਰਿਹਾ ਹੈ ਓਪਨ ਅਨਐਮਪਲੋਇਮੈਂਟ। ਨੈਕਸਟ ਹੈ ਸੀਜ਼ਨਲ ਅਨਐਮਪਲੋਇਮੈਂਟ। So this is very commonly asked in question papers. So seasonal unemployment mostly agriculture sector ਦੇ ਨਾਲ related ਹੈ। ਸੋ ਜਦੋਂ ਇੱਕ particular season ਦੇ ਵਿੱਚ ਕਿਸੇ ਨੂੰ job ਨਾ ਮਿਲੇ, ਇਹਦੀ ਬੈਸਟ ਐਗਜ਼ਾਮਪਲ ਹੈ ਐਗਰੀਕਲਚਰ। ਐਗਜ਼ਾਮ ਦੇ ਵਿੱਚ ਇਹੀ ਡਾਇਰੈਕਟਲੀ ਕੁਐਸਚਨ ਆਉਂਦਾ ਕਿ ਐਗਰੀਕਲਚਰ ਕਿਸ ਤਰ੍ਹਾਂ ਦੀ ਅਨਐਮਪਲੋਇਮੈਂਟ ਦੀ ਟਾਈਪ ਹੈ। ਸੋ ਤੁਹਾਡਾ ਉੱਥੇ ਆਨਸਰ ਰਹੂਗਾ ਸੀਜ਼ਨਲ, ਕਿਉਂਕਿ ਐਗਰੀਕਲਚਰ ਕੀ ਹੈ, ਸੀਜ਼ਨ ਬੇਸਡ ਹੈ। ਸੋ ਉੱਥੇ ਜਿਹੜੀ ਜੌਬ ਹੈ ਲੇਬਰ ਕਲਾਸ ਨੂੰ, ਉਹ ਵੀ ਸੀਜ਼ਨ ਦੇ ਮੁਤਾਬਿਕ ਮਿਲਦੀ ਹੈ। So it refers to a situation where a number of persons that are not able to find a job in a particular season. Next है disguised unemployment. So disguised ਦਾ ਮਤਲਬ ਹੈ ਜਿੱਥੇ ਲੋੜ ਤੋਂ ਜ਼ਿਆਦਾ ਲੋਕ employed ਹੋਣ, ਜਿਹੜੇ ਲੋੜ ਤੋਂ ਜ਼ਿਆਦਾ ਲੋਕ employed ਨੇ, ਜਿਨ੍ਹਾਂ ਦੀ ਲੋੜ ਨਹੀਂ ਹੈ ਕੰਮ ਕਰਨ ਦੀ, ਉਹ ਆਉਂਦੇ ਨੇ disguised unemployment ਦੀ ਕੈਟੇਗਰੀ 'ਚ। ਇਹਦਾ ਮਤਲਬ ਹੈ ਮੰਨ ਲਓ ਇੱਕ ਜਗ੍ਹਾ ਦੇ ਉੱਤੇ 5 ਬੰਦਿਆਂ ਦੇ ਕੰਮ ਕਰਨ ਦੀ ਲੋੜ ਹੈ, ਉੱਥੇ 10 ਬੰਦੇ ਕੰਮ ਕਰ ਰਹੇ ਨੇ, 10 ਤੋਂ ਵੀ ਆਪਾਂ ਨੂੰ ਉਨਾ ਹੀ ਆਊਟਪੁੱਟ ਆ ਰਿਹਾ, 5 ਵੀ ਆਪਾਂ ਨੂੰ ਉਨਾ ਹੀ ਕੰਮ ਕਰਕੇ ਦੇ ਰਹੇ ਨੇ। ਸੋ ਜਿਹੜੇ 5 ਤੋਂ ਜ਼ਿਆਦਾ ਹੋਰ 5 ਬੰਦੇ ਉੱਥੇ ਐਕਸਟਰਾ ਇੰਪਲੋਇਡ ਨੇ, ਜਿਨ੍ਹਾਂ ਦੀ ਉੱਥੇ ਰਿਕੁਆਇਰਮੈਂਟ ਨਹੀਂ ਹੈ, ਜ਼ਰੂਰਤ ਨਹੀਂ ਹੈ, ਉਹ ਕਿਤੇ ਹੋਰ ਸ਼ਾਇਦ ਜੇ ਕੰਮ ਕਰਨ ਤਾਂ ਉੱਥੇ ਆਪਾਂ ਨੂੰ ਅਲੱਗ ਤੋਂ ਫਾਇਦਾ ਦੇ ਸਕਦੇ ਨੇ। ਪਰ ਜਦੋਂ ਉਹ 5 ਬੰਦਿਆਂ ਦੀ ਜਗ੍ਹਾ ਤੇ 10 ਲੱਗੇ ਹੋਏ ਨੇ, ਤਾਂ ਜਿਹੜੇ ਉੱਥੇ ਐਕਸਟਰਾ 5 ਕੰਮ ਕਰ ਰਹੇ ਨੇ, ਉਹਨਾਂ ਤੋਂ ਆਪਾਂ ਨੂੰ ਪ੍ਰੋਡਕਟਿਵਿਟੀ ਕੋਈ ਫਾਇਦਾ ਨਹੀਂ ਹੋ ਰਿਹਾ। ਪ੍ਰੋਡਕਟਿਵਿਟੀ ਕਿੰਨੀ ਆ ਰਹੀ ਹੈ, 0। ਸੋ ਇਸ ਤਰ੍ਹਾਂ ਦੀ ਇੰਪਲੋਇਮੈਂਟ ਨੂੰ, ਅਨਐਮਪਲੋਇਮੈਂਟ ਨੂੰ ਕਿਹਾ ਜਾਂਦਾ ਹੈ ਡਿਸਗਾਈਜ਼ਡ ਜਾਂ ਫਿਰ ਹਿਡਨ ਅਨਐਮਪਲੋਇਮੈਂਟ। ਸੋ ਇਹ ਕੁਐਸਚਨ ਐਗਜ਼ਾਮ ਚ ਆਉਣ ਦੇ ਬਹੁਤ ਹੀ ਜ਼ਿਆਦਾ ਚਾਂਸਸ ਨੇ। ਡਾਇਰੈਕਟਲੀ ਉੱਥੇ ਕੁਐਸਚਨ ਕੀ ਆਉਂਦਾ ਕਿ ਜਿਹੜੀ ਡਿਸਗਾਈਜ਼ਡ ਅਨਐਮਪਲੋਇਮੈਂਟ ਹੈ ਉਹਦੇ ਵਿੱਚ ਮਾਰਜਨਲ ਪ੍ਰੋਡਕਟਿਵਿਟੀ ਕਿੰਨੀ ਹੁੰਦੀ ਹੈ। ਸੋ ਉੱਥੇ ਤੁਹਾਡਾ ਆਨਸਰ ਰਹੂਗਾ 0।
सो हुण आपां एक बारी पढ़ लैंदे आ। Disguised unemployment is a kind of unemployment in which some people look like being employed। ਆਪਾਂ ਨੂੰ ਦੇਖਣ ਨੂੰ ਲੱਗਦਾ ਕਿ ਉਹ employed ਨੇ ਪਰ actually ਪੂਰੀ ਤਰ੍ਹਾਂ ਉਹ employed ਨਹੀਂ ਹੁੰਦੇ। ਇਸ situation ਨੂੰ ਕਿਹਾ ਜਾਂਦਾ ਹੈ hidden unemployment। ਜਿਹੜੇ ਲੋਕ ਉੱਥੇ ਜ਼ਿਆਦਾ ਕੰਮ ਕਰ ਰਹੇ ਨੇ, in such a situation more people are engaged in a work than required। ਲੋੜ ਤੋਂ ਜ਼ਿਆਦਾ ਲੋਕ ਉੱਥੇ ਕੰਮ ਕਰਨ ਲਈ ਲੱਗੇ ਹੋਏ ਨੇ। ਸੋ ਜਿਹੜੇ ਉੱਥੇ ਸਰਪਲਸ ਮੈਨ ਪਾਵਰ ਹੈ, ਜਿਹੜੀ ਜ਼ਿਆਦਾ ਲੋਕ ਨੇ, ਉਹਨਾਂ ਦੀ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਹੈ, ਜਿਹੜਾ ਆਪਾਂ ਨੂੰ ਆਊਟਪੁੱਟ ਮਿਲ ਰਿਹਾ ਹੈ, ਦੈਟ ਇਜ਼ ਜ਼ੀਰੋ। ਜਿਵੇਂ ਰੂਰਲ ਏਰੀਆਜ਼ ਦੇ ਵਿੱਚ ਐਗਰੀਕਲਚਰ ਸੈਕਟਰ ਦੇ ਵਿੱਚ ਆਮ ਤੌਰ ਤੇ ਇਸ ਤਰ੍ਹਾਂ ਨਾਲ ਦੇਖਿਆ ਜਾਂਦਾ ਹੈ। ਸੋ ਡਿਸਗਾਈਜ਼ਡ ਅਨਐਮਪਲੋਇਮੈਂਟ ਹੋ ਗਿਆ, ਸੀਜ਼ਨਲ ਅਨਐਮਪਲੋਇਮੈਂਟ ਹੋ ਗਈ, ਇਹਨਾਂ ਦੀ ਬੈਸਟ ਐਗਜ਼ਾਮਪਲ ਹੈ ਐਗਰੀਕਲਚਰ ਸੈਕਟਰ। ਨੈਕਸਟ ਹੈ ਟੈਕਨੋਲੋਜੀਕਲ। ਸੋ ਕਾਫੀ ਹੱਦ ਤੱਕ ਜਿਹੜੀ ਆਪਾਂ ਨੇ ਸਟਰਕਚਰਲ ਅਨਐਮਪਲੋਇਮੈਂਟ ਦੇਖੀ ਸੀ ਉਹਦੇ ਨਾਲ ਹੀ ਰਿਲੇਟਡ ਹੈ। So, a somewhat structural unemployment may take place in an economy as a result of technological improvement. Such unemployment may be described as technological unemployment. So, ਜੇ ਆਪਾਂ structural word ਤੁਹਾਨੂੰ exam 'ਚ ਨਾ ਹੋਵੇ ਤੇ ਉੱਥੇ directly ਹੋਵੇ ਕਿ technology ਦੇ ਵਿੱਚ improvement ਆਉਣ ਦੇ ਕਾਰਨ ਕਿਹੜੀ unemployment ਆਉਂਦੀ ਹੈ, ਤਾਂ ਉੱਥੇ ਤੁਹਾਡਾ answer technological unemployment ਵੀ ਹੋ ਸਕਦਾ ਹੈ। Next ਹੈ educated unemployment। So, among the educated people, apart from open unemployment, many are underemployed। So, ਜਿੱਥੇ basically ਕਿਸੇ ਦੀ qualification ਜ਼ਿਆਦਾ ਹੈ ਪਰ ਉਹਨੂੰ ਆਪਣੀ qualification capability ਦੇ ਅਨੁਸਾਰ ਕੰਮ ਨਹੀਂ ਕਰ ਰਹੇ, ਉਹ ਆਪਣੀ qualification ਤੋਂ ਘੱਟ ਕੰਮ ਕਰ ਰਹੇ ਨੇ, ਜਾਂ ਉਹਨਾਂ ਨੂੰ qualification ਦੇ ਨਾਲ ਮਿਲਦੀ ਹੋਈ job ਨਹੀਂ ਮਿਲ ਰਹੀ, ਆਪਣੀ ਜਿਹੜੀ ਉਹਨਾਂ ਦੀ qualification ਹੈ ਉਹਦੇ ਨਾਲੋਂ ਘੱਟ ਵਾਲੀ job ਮਿਲ ਰਹੀ ਹੈ, ਤਾਂ ਉਸ situation ਦੇ ਵਿੱਚ educated unemployment ਦੀ situation ਆਉਂਦੀ ਹੈ। ਤੇ ਇਹਦੇ ਕਾਰਨ ਕੀ ਨੇ? ਆਪਣਾ education system ਦਾ ਵਧੀਆ ਨਾ ਹੋਣਾ, ਸਰਕਾਰ ਦੀਆਂ policies ਦਾ ਵਧੀਆ ਨਾ ਹੋਣਾ, mass output, preference for white collar job, lack of employable skill, dwindling formal salaried job, mainly responsible for unemployment among educated youth in India। ਤੇ ਜਿਹੜੀ educated unemployment ਹੈ, ਇਹ open unemployment ਦੀ ਕੈਟੇਗਰੀ ਵਿੱਚ ਵੀ ਆ ਸਕਦੀ ਹੈ, ਇਹਨੂੰ ਆਪਾਂ under employment ਵੀ ਕਹਿ ਸਕਦੇ ਹਾਂ। ਸੋ ਹੁਣ ਆਪਾਂ ਦੇਖਦੇ ਹਾਂ ਵੀ unemployment ਬੇਰੁਜ਼ਗਾਰੀ ਦੇ ਮੇਨ ਕਾਰਨ ਕੀ ਹੋ ਸਕਦੇ ਨੇ। ਸੋ ਪਹਿਲਾ ਕਾਰਨ ਹੈ ਇਕਨੋਮਿਕ ਗਰੋਥ ਦਾ ਬਹੁਤ ਸਲੋ ਹੋਣਾ। ਜਿਵੇਂ ਇੰਡੀਆ ਹੈ ਇੱਕ ਡੈਵਲਪਿੰਗ ਨੇਸ਼ਨ ਹੈ ਤੇ ਇਹਦੇ ਵਿੱਚ ਬਾਰ-ਬਾਰ ਜਦੋਂ ਆਪਾਂ ਇਕਨੋਮਿਕ ਗਰੋਥ ਦੀ ਗੱਲ ਕਰਦੇ ਹਾਂ ਕਈ ਵਾਰੀ ਮਾਈਨਸ ਤੱਕ ਚਲੇ ਜਾਂਦੀ ਹੈ। ਸੋ ਜਦੋਂ ਦੇਸ਼ ਦੀ ਆਰਥਿਕ ਹਾਲਤ ਹੀ ਠੀਕ ਨਹੀਂ ਤਾਂ ਜੌਬ ਓਪਰਚੁਨਿਟੀਜ਼ ਨਹੀਂ ਪ੍ਰੋਪਰ ਪ੍ਰੋਵਾਈਡ ਕਰਵਾ ਪਾਉਂਦੇ। ਸੋ ਇਹ ਪਹਿਲਾ ਕਾਰਨ ਬਣਦਾ ਹੈ ਬੇਰੁਜ਼ਗਾਰੀ ਦਾ, ਸਲੋ ਰੇਟ ਆਫ ਇਕਨੋਮਿਕ ਗਰੋਥ। ਦੈਨ ਪੋਪੂਲੇਸ਼ਨ ਐਕਸਪਲੋਜਨ, ਓਪਰਚੁਨਿਟੀਜ਼ ਘੱਟ ਨੇ, ਓਪਰਚੁਨਿਟੀਜ਼ ਦੀ ਭਾਲ ਕਰਨ ਵਾਲੇ ਲੋਕ ਜ਼ਿਆਦਾ ਨੇ, ਪੋਪੂਲੇਸ਼ਨ। ਨੈਕਸਟ ਅੰਡਰ ਡਿਵੈਲਪਡ ਐਗਰੀਕਲਚਰ। ਆਪਾਂ ਐਗਰੀਕਲਚਰ ਨੂੰ ਜੇ ਹੋਰ ਜ਼ਿਆਦਾ ਸਹੀ ਤਰੀਕੇ ਦੇ ਨਾਲ ਸਮਝੀਏ ਤਾਂ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਇੰਪਲੋਇਮੈਂਟ ਹੋ ਸਕਦੀ ਹੈ, ਪਰ ਐਗਰੀਕਲਚਰ ਦੇ ਉੱਤੇ ਬਹੁਤ ਘੱਟ ਸਰਕਾਰਾਂ ਧਿਆਨ ਦਿੰਦੀਆਂ ਨੇ, ਪਾਲਿਸੀਜ਼ ਬਹੁਤ ਘੱਟ ਬਣਾਉਂਦੀਆਂ ਨੇ। ਸੋ ਐਗਰੀਕਲਚਰ ਨੂੰ ਜੇ ਹੋਰ ਵਧੀਆ ਤਰੀਕੇ ਨਾਲ ਡਿਵੈਲਪ ਕੀਤਾ ਜਾਵੇ, ਇਹਦੇ ਵੱਲ ਫੋਕਸ ਦਿੱਤਾ ਜਾਵੇ ਤਾਂ ਇਹ ਵੀ ਇੱਕ ਹੋਰ ਵਧੀਆ ਸੈਕਟਰ ਬਣ ਸਕਦਾ ਹੈ ਸਾਰਿਆਂ ਦੇ ਲਈ ਇੰਪਲੋਇਮੈਂਟ ਦਾ। ਨੈਕਸਟ ਐਜੂਕੇਸ਼ਨ ਸਿਸਟਮ ਬਹੁਤ ਡਿਫੈਕਟਿਵ ਹੈ, ਸਿਰਫ ਬੱਚਿਆਂ ਨੂੰ ਬੁੱਕ ਵਾਰਮ ਪੜ੍ਹਾਇਆ ਜਾਂਦਾ ਹੈ, ਪ੍ਰੈਕਟੀਕਲ ਨੌਲੇਜ ਬਹੁਤ ਘੱਟ ਦਿੱਤੀ ਜਾਂਦੀ ਹੈ। ਇੰਡਸਟਰੀ ਦੀ ਗਰੋਥ ਬਹੁਤ ਜ਼ਿਆਦਾ ਸਲੋ ਹੈ। ਜੇ ਆਪਾਂ ਪਾਰਟਿਕੂਲਰਲੀ ਪੰਜਾਬ ਦੀ ਗੱਲ ਕਰੀਏ ਤਾਂ ਆਪਾਂ ਨੂੰ ਪਤਾ ਹੈ ਪੰਜਾਬ ਵਿੱਚ ਇੰਡਸਟਰੀਜ਼ ਕਿੰਨੀਆਂ ਘੱਟ ਨੇ। ਸੋ ਜੇ ਇੰਡਸਟਰੀ ਦੀ ਕਿਤੇ ਗਰੋਥ ਘੱਟ ਹੋਊਗੀ ਤਾਂ ਉੱਥੋਂ ਦੇ ਲੋਕਾਂ ਨੂੰ ਜੌਬ ਓਪਰਚੁਨਿਟੀਜ਼ ਵੀ ਬਹੁਤ ਹੀ ਜ਼ਿਆਦਾ ਘੱਟ ਮਿਲਣਗੀਆਂ, ਉਹਨਾਂ ਨੂੰ ਬਹੁਤ ਦੂਰ ਦੀਆਂ ਸਟੇਟਸ ਵਿੱਚ ਜੌਬ ਦੀ ਭਾਲ ਕਰਨੀ ਪਊਗੀ। ਸੋ ਇਹ ਵੀ ਕਾਰਨ ਬਣਦਾ ਹੈ ਅਨਐਮਪਲੋਇਮੈਂਟ ਦਾ। ਨੈਕਸਟ ਜਿਹੜੀਆਂ ਛੋਟੀਆਂ ਇੰਡਸਟਰੀਜ਼ ਨੇ, ਕਾਟੇਜ ਇੰਡਸਟਰੀਜ਼ ਨੇ, ਉਹਨਾਂ ਦੀ ਡਿਕਲਾਈਨ, ਉਹਨਾਂ ਦੇ ਵਿੱਚ ਘੱਟ ਆ ਰਿਹਾ ਹੈ। ਹੈਂਡੀਕ੍ਰਾਫਟ ਪ੍ਰੋਡਕਟਸ ਦੀ ਲੋਕਾਂ ਦੀ ਡਿਮਾਂਡ ਘੱਟ ਰਹੀ ਹੈ। ਫਾਲਟੀ ਪਲਾਨਿੰਗ, ਬੇਸਿਕ, ਸਭ ਤੋਂ ਇੰਪੋਰਟੈਂਟ ਬੇਸਿਕ ਜਿਹੜਾ ਕਾਰਨ ਹੈ, ਸਰਕਾਰਾਂ ਦੀ ਜਿਹੜੇ ਨੀਤੀਆਂ ਨੇ, ਪਲਾਨਸ ਨੇ, ਉਹੀ ਬਹੁਤ ਜ਼ਿਆਦਾ ਫਾਲਟੀ ਨੇ, ਸਿਰਫ ਉਹ ਕਾਗਜ਼ਾਂ ਤੱਕ ਰਹਿ ਜਾਂਦੇ ਨੇ। ਜਦੋਂ ਉਹਨਾਂ ਦੀ ਇੰਪਲੀਮੈਂਟੇਸ਼ਨ ਦੀ ਗੱਲ ਆਉਂਦੀ ਹੈ ਤਾਂ ਉੱਥੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਆ ਜਾਂਦਾ ਹੈ। ਨੈਕਸਟ ਇੰਪਲੋਇਮੈਂਟ ਪਲਾਨਿੰਗ ਕੋਈ ਜ਼ਿਆਦਾ ਵਧੀਆ ਨਹੀਂ ਹੁੰਦੀ, ਕੋਈ ਪ੍ਰੋਪਰ ਡੇਟਾਸ ਕਲੈਕਟ ਨਹੀਂ ਹੁੰਦੇ, ਲੋਕਾਂ ਦੀ ਪ੍ਰੋਬਲਮਸ ਨਹੀਂ ਪੁੱਛੀਆਂ ਜਾਂਦੀਆਂ, ਸਰਵੇ ਨਹੀਂ ਕੀਤੇ ਜਾਂਦੇ। ਲੋ ਕੈਪੀਟਲ ਫਾਰਮੇਸ਼ਨ, ਫੋਰਨ ਟੈਕਨੋਲੋਜੀ ਦਾ ਜ਼ਿਆਦਾ ਯੂਜ਼ ਕਰਨਾ, ਜਿਹੜੇ ਲੋਕਾਂ ਦੇ ਅੰਦਰ ਦਾ ਟੈਲੈਂਟ ਹੈ ਉਹਨੂੰ ਘੱਟ ਦੇਖਦੇ ਨੇ। ਫਾਈਨੈਂਸ਼ੀਅਲ ਰਿਸੋਰਸਿਸ ਦਾ ਘੱਟ ਹੋਣਾ। ਲੇਬਰ ਫੋਰਸ ਵਧੀ ਜਾ ਰਹੀ ਹੈ, ਕਿਤੇ ਨਾ ਕਿਤੇ ਪੋਪੂਲੇਸ਼ਨ ਐਕਸਪਲੋਜਨ ਤੇ ਇਨਕਰੀਜ਼ ਇਨ ਲੇਬਰ ਫੋਰਸ, ਦੋਨੋਂ ਜਿਹੜੇ ਰੀਜ਼ਨ ਨੇ ਇਹ ਆਪਸ ਦੇ ਵਿੱਚ ਇੰਟਰਕਨੈਕਟਡ ਹੈ। ਨੈਕਸਟ ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜੇ ਬੇਰੁਜ਼ਗਾਰੀ ਦੇ ਆਪਾਂ ਨੇ ਕਾਰਨਾਂ ਦੀ ਗੱਲ ਕੀਤੀ ਹੈ ਕਿ ਬੇਰੁਜ਼ਗਾਰੀ ਵੱਧ ਰਹੀ ਹੈ, ਕਿਹੜੇ ਕਿਹੜੇ ਕਾਰਨ ਨੇ।
ਇਹਨਾਂ ਕਾਰਨਾਂ ਨੂੰ ਹੁਣ ਆਪਾਂ ਕਿਵੇਂ ਓਵਰਕਮ ਕਰ ਸਕਦੇ ਹਾਂ, ਰੈਮੇਡੀਜ਼ ਕੀ ਨੇ, ਆਪਣੇ ਕੋਲ ਕੀ ਬਚਦਾ ਹੈ, ਕਿਹੜੇ ਮੈਜਰਸ ਨੇ, ਸਟੈਪ ਨੇ ਜਿਹੜੇ ਆਪਾਂ ਚੱਕ ਸਕਦੇ ਹਾਂ। ਸਭ ਤੋਂ ਪਹਿਲੀ ਚੀਜ਼, ਦੇਸ਼ ਦੀ ਆਰਥਿਕ ਹਾਲਤ ਨੂੰ ਠੀਕ ਕਰਨ ਉੱਤੇ ਜ਼ਿਆਦਾ ਤੋਂ ਜ਼ਿਆਦਾ ਫੋਕਸ ਕੀਤਾ ਜਾਵੇ, GDP ਗਰੋਥ ਰੇਟ ਨੂੰ ਵਧਾਇਆ ਜਾਵੇ, ਐਕਸੈਲਰੇਟ ਕੀਤਾ ਜਾਵੇ। ਪੋਪੂਲੇਸ਼ਨ ਗਰੋਥ ਉੱਤੇ ਕੰਟਰੋਲ ਪਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਨੈਕਸਟ, ਸਮਾਲ ਸਕੇਲ ਐਂਟਰਪ੍ਰਾਈਜ਼ਸ ਨੇ, ਜਿਹੜੇ ਕਾਟੇਜ ਇੰਡਸਟਰੀਜ਼ ਨੇ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਡਿਵੈਲਪ ਕਰੋ। ਇਨਫਰਾਸਟ੍ਰਕਚਰ ਉੱਤੇ ਫੋਕਸ ਕਰੋ। ਸਪੈਸ਼ਲ ਇੰਪਲੋਇਮੈਂਟ ਪ੍ਰੋਗਰਾਮ ਨੇ ਜਿਹੜੇ, ਉਹਨਾਂ ਨੂੰ ਸਿਰਫ ਕਾਗਜ਼ਾਂ ਤੱਕ ਸੀਮਿਤ ਨਾ ਰੱਖ ਕੇ ਲੋਕਾਂ ਨੂੰ ਉਹਨਾਂ ਦੇ ਜਿਹੜੇ ਬੈਨੀਫਿਟਸ ਨੇ ਉਹ ਪ੍ਰੋਪਰ ਮੁਹੱਈਆ ਕਰਵਾਉਣੇ ਚਾਹੀਦੇ ਨੇ। ਲਾਸਟ ਵਿੱਚ ਸਭ ਤੋਂ ਜ਼ਰੂਰੀ, ਇੰਡਸਟਰੀਅਲਾਈਜੇਸ਼ਨ ਉੱਤੇ ਫੋਕਸ ਕਰੋ, ਪਰ ਬਿਨਾਂ ਫੋਰਨ ਦੀ ਹੈਲਪ ਲਈ। ਆਪਣੇ ਹੀ ਦੇਸ਼ ਦੇ ਅੰਦਰ ਪ੍ਰੋਪਰ ਟਰਾਈ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇੰਪਲੋਏ ਜਿਹੜਾ ਕੀਤਾ ਜਾਵੇ ਉਹ ਡੋਮੈਸਟਿਕ ਵਰਕਫੋਰਸ ਤੋਂ ਵਿੱਚੋਂ ਹੀ ਇੰਪਲੋਏ ਕੀਤਾ ਜਾਵੇ। ਨੈਕਸਟ ਆਪਾਂ ਗੱਲ ਕਰਾਂਗੇ ਕੁਝ ਇੰਪੋਰਟੈਂਟ ਸਕੀਮਸ ਦੀਆਂ ਜਿਹੜੇ ਕਾਫੀ ਸਮੇਂ ਤੋਂ ਚੱਲਦੀਆਂ ਆ ਰਹੇ ਨੇ, ਆਲਮੋਸਟ 1980s ਤੋਂ ਮੇਨਲੀ ਜਿਹੜੀਆਂ ਸਟਾਰਟ ਹੋ ਗਈਆਂ ਸੀ ਪਾਲਿਸੀਜ਼ ਪ੍ਰੋਗਰਾਮ ਬਣਨੇ ਟੂ ਓਵਰਕਮ ਦ ਪ੍ਰੋਬਲਮ ਆਫ ਅਨਐਮਪਲੋਇਮੈਂਟ। ਸੋ ਇਹਦੇ ਵਿੱਚ ਪਹਿਲੀ ਆਪਣੇ ਕੋਲ ਇੰਪੋਰਟੈਂਟ ਸਕੀਮ ਹੈ ਨੈਸ਼ਨਲ ਰੂਰਲ ਇੰਪਲੋਇਮੈਂਟ ਪ੍ਰੋਗਰਾਮ। ਮੇਨਲੀ ਐਗਜ਼ਾਮ ਦੇ ਲਈ ਜਿਹੜੀਆਂ ਪੁਰਾਣੇ ਪ੍ਰੋਗਰਾਮ, ਜਿਹੜੇ ਨਵੇਂ ਲੇਟੈਸਟ ਪ੍ਰੋਗਰਾਮ ਨੇ, ਉਹਨਾਂ ਦੇ ਤਾਂ ਤੁਸੀਂ ਜਿੰਨੇ ਹੋ ਸਕਦੇ ਨੇ ਡੀਪਲੀ ਸਾਰੇ ਫੈਕਟਸ ਯਾਦ ਕਰਕੇ ਜਾਣੇ ਨੇ, ਪਰ ਜਿਹੜੀਆਂ ਪੁਰਾਣੀਆਂ ਸਕੀਮਸ ਨੇ ਇਹਦੇ ਵਿੱਚ ਤੁਸੀਂ ਮੇਨ ਫੋਕਸ ਕਰਨਾ ਹੈ ਕਿਹੜੇ ਈਅਰ ਦੇ ਵਿੱਚ ਲਾਂਚ ਕੀਤੀ, ਕਿਹੜੇ ਏਜ ਗਰੁੱਪ ਦੇ ਲਈ ਇਹ ਸਕੀਮ ਹੈ। ਸੋ ਮੇਨ ਐਗਜ਼ਾਮ ਦੇ ਵਿੱਚ ਬਾਰ-ਬਾਰ ਕੁਐਸਚਨ ਇਹੀ ਬਣ ਕੇ ਆਉਂਦੇ ਨੇ। ਤੇ ਇੱਕ ਹੋਰ ਚੀਜ਼ ਕਿ ਇਹ ਰੂਰਲ ਏਰੀਆ ਦੇ ਲਈ ਬਣਾਈ ਗਈ ਹੈ ਜਾਂ ਫਿਰ ਅਰਬਨ ਏਰੀਆ ਲਈ। ਸੋ ਪਹਿਲੀ ਸਕੀਮ ਹੈ ਜਿਹੜੀ NREP ਦੀ, ਲਾਂਚ ਕੀਤੀ ਗਈ 1980 ਦੇ ਵਿੱਚ। ਇਹਦੇ ਅੰਦਰ ਮੇਨ ਫੋਕਸ ਸੀਗਾ ਇੰਪਲੋਇਮੈਂਟ ਅਪੋਰਚੁਨਿਟੀਜ਼ ਨੂੰ ਕ੍ਰੀਏਟ ਕਰਨਾ। ਸੋ ਨੈਕਸਟ ਜਿਹੜੀ ਸਕੀਮ ਹੈ that is training of rural youth for self employment। ਬੱਚਿਆਂ ਨੂੰ, ਜਿਹੜੇ ਪਿੰਡਾਂ ਦਾ ਯੂਥ ਹੈ, ਉਹਨਾਂ ਨੂੰ ਆਪਣੇ ਆਪ ਸੈਲਫ ਇੰਪਲੋਏ ਹੋਣ ਦੇ ਲਈ ਜਾਗਰੂਕ ਕਰਨਾ, ਟ੍ਰੇਨਿੰਗ ਦੇਣੀ, ਉਹਨਾਂ ਨੂੰ ਦੱਸਣਾ ਕਿ ਤੁਸੀਂ ਕਿਹੜੇ-ਕਿਹੜੇ ਪ੍ਰੋਗਰਾਮਸ ਆਪਟ ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਆਪਣਾ ਖੁਦ ਦਾ ਬਿਜ਼ਨਸ ਸਟਾਰਟ ਕਰ ਸਕਦੇ ਹੋ। ਸੋ ਜਿਹੜੀ ਇਹ ਸਕੀਮ ਸੀ ਇਹ ਸਟਾਰਟ ਕੀਤੀ ਗਈ 1979 ਦੇ ਵਿੱਚ ਤੇ ਇਹਦਾ ਮੇਨ ਫੋਕਸ ਸੀ ਅਨਐਮਪਲੋਇਮੈਂਟ, ਬੇਰੁਜ਼ਗਾਰ ਰੂਰਲ ਯੂਥ ਨੂੰ ਇਹਦੇ ਬੈਨੀਫਿਟਸ ਦੇਣੇ ਤੇ ਇਹਦੇ ਅੰਦਰ ਜਿਹੜਾ ਏਜ ਗਰੁੱਪ ਹੈ that is 18 to 35 ਈਅਰ ਤੇ ਇਹਦੇ ਵਿੱਚ ਵੀ ਪ੍ਰਾਇੋਰਟੀ ਦਿੱਤੀ ਗਈ SC ST ਯੂਥ ਨੂੰ ਤੇ ਨਾਲ ਔਰਤਾਂ ਨੂੰ, ਵਿਮਨ ਨੂੰ। ਨੈਕਸਟ ਹੈ ਜਵਾਹਰ ਰੋਜ਼ਗਾਰ ਯੋਜਨਾ। ਜਿਹੜੀ ਆਪਾਂ ਨੇ ਪਹਿਲਾਂ ਸਕੀਮਸ ਦੀ ਗੱਲ ਕੀਤੀ, ਇੱਕ NREP ਹੋ ਗਈ, ਇੱਕ ਰੂਰਲ ਏਰੀਆਜ਼ ਦੀ ਹੈ RLEGP। ਇਹ ਜਿਹੜੀਆਂ ਪਹਿਲਾਂ ਰੂਰਲ ਫੋਕਸਡ ਇੰਪਲੋਇਮੈਂਟ ਸਕੀਮ ਸੀਗੀਆਂ, ਇਹਨਾਂ ਨੂੰ ਜਵਾਹਰ ਰੋਜ਼ਗਾਰ ਯੋਜਨਾ ਨੇ ਆਪਣੇ ਅੰਦਰ ਹੀ ਮਰਜ ਕਰ ਲਿਆ। ਸੋ ਹੁਣ 1989 ਅਪ੍ਰੈਲ ਦੇ ਵਿੱਚ ਇੱਕ ਨਵੀਂ ਵਾਈਡਰ ਸਕੀਮ ਆ ਗਈ ਜਿਹਦੇ ਵਿੱਚ ਪੁਰਾਣੀਆਂ ਚੱਲਦੀਆਂ ਰੂਰਲ ਇੰਪਲੋਇਮੈਂਟ ਨਾਲ ਰਿਲੇਟਡ ਪ੍ਰੋਗਰਾਮ ਸੀ ਜਿਹੜੇ ਉਹ ਇਹਦੇ ਅੰਦਰ ਹੀ ਸਬਜ਼ਿਊਮ ਹੋ ਗਏ। ਮੇਨ ਜਵਾਹਰ ਰੋਜ਼ਗਾਰ ਯੋਜਨਾ ਦੇ ਵਿੱਚ ਕੀ ਸੀ, ਜਿਹੜੇ ਫੰਡ ਸੀਗੇ ਉਹ ਡਾਇਰੈਕਟਲੀ ਵਿਲੇਜ ਪੰਚਾਇਤ ਨੂੰ ਦਿੱਤੇ ਜਾਂਦੇ ਸੀ ਤੇ ਫਿਰ ਜਿਹੜੀ ਵਿਲੇਜ ਪੰਚਾਇਤ ਸੀਗੀ ਉਹ ਉੱਥੇ ਜੋ ਵੀ ਇੰਪਲੋਇਮੈਂਟ ਪ੍ਰੋਗਰਾਮ ਲਾਂਚ ਕਰਨੇ ਹੁੰਦੇ ਸੀ, ਲੋਕਾਂ ਦੀ ਜ਼ਰੂਰਤਾਂ ਦੇ ਮੁਤਾਬਿਕ, ਚਾਹੇ ਕੋਈ ਟ੍ਰੇਨਿੰਗ ਸੈਸ਼ਨ ਆਰਗੇਨਾਈਜ਼ ਕਰਵਾਉਣੇ, ਕੋਈ ਹੋਰ ਉਹਨਾਂ ਨੇ ਸੈਲਫ ਇੰਪਲੋਇਮੈਂਟ ਦੇ ਲਈ ਓਪਰਚੁਨਿਟੀਜ਼ ਕ੍ਰੀਏਟ ਕਰਨੀਆਂ, ਸੋ ਉਹ ਸਾਰੀਆਂ ਚੀਜ਼ਾਂ ਦੇ ਲਈ ਇਹਦੇ ਅੰਦਰ ਜਿਹੜੇ ਫੰਡ ਸੀ ਯੂਜ਼ ਕੀਤੇ ਜਾਂਦੇ ਸੀ। ਜੇ ਆਪਾਂ ਸੈਂਟਰ ਸਟੇਟ ਦੀ ਗੱਲ ਕਰੀਏ ਤਾਂ ਸੈਂਟਰ ਫੰਡ 80% ਦਿੰਦੀ ਸੀ ਟੋਟਲ ਅਮਾਉਂਟ ਚੋਂ, ਸਟੇਟ ਦਿੰਦੀ ਸੀ 20%। ਸੋ 80-20 ਦੀ ਰੇਸ਼ੀਓ ਹੈ ਇਸ ਸੈਂਟਰਲ ਗਵਰਨਮੈਂਟ ਸਪਾਂਸਰਡ ਪ੍ਰੋਗਰਾਮ ਦੇ ਅੰਦਰ। ਨੈਕਸਟ ਇਜ਼ ਇੰਪਲੋਇਮੈਂਟ ਇੰਸ਼ੋਰੈਂਸ ਸਕੀਮ, ਲਾਂਚ ਕੀਤੀ ਗਈ 1994 ਦੇ ਵਿੱਚ। ਇਸ ਸਕੀਮ ਦਾ ਮੇਨ ਮਕਸਦ ਸੀ 100 ਡੇਜ਼ ਵਰਕ ਦੇਣਾ, 100 ਦਿਨ ਅਸ਼ੋਰਡ ਕੰਮ ਦੇਣਾ, ਜਿਹੜੇ ਵੀ ਅਨਸਕਿਲਡ ਫਿਜ਼ੀਕਲ ਵਰਕਰ ਨੇ, ਕੋਈ ਵੀ ਜਿਹੜੇ ਲੇਬਰ ਕਲਾਸ ਦੇ ਲੋਕ ਨੇ ਜਿਨ੍ਹਾਂ ਦੇ ਕੋਲ ਕੋਈ ਪਾਰਟਿਕੂਲਰ ਸਕਿੱਲ ਨਹੀਂ ਹੈ, ਉਹਨਾਂ ਨੂੰ ਪਿੰਡਾਂ ਦੇ ਵਿੱਚ ਸਪੈਸ਼ਲੀ ਰੂਰਲ ਏਰੀਆਜ਼ ਦੇ ਵਿੱਚ 100 ਦਿਨਾਂ ਦੀ ਅਸ਼ੋਰਡ ਕੰਮ ਦੇਣਾ। ਤੇ ਜਿਹੜਾ ਕੰਮ ਸੀਗਾ ਇਹ ਮੇਨਲੀ ਰਿਮੂਵ ਕਰਦਾ ਸੀ ਸੀਜ਼ਨਲ ਅਨਇੰਪਲੋਇਮੈਂਟ ਨੂੰ, ਕਿਉਂਕਿ ਇਹ ਜਿਹੜਾ ਕੰਮ ਹੈ ਇਹ ਉਦੋਂ ਦਿੱਤਾ ਜਾਂਦਾ ਸੀ ਦੇਖ ਕੇ ਜਦੋਂ ਐਗਰੀਕਲਚਰ ਸੀਜ਼ਨ ਜ਼ਿਆਦਾ ਅਪ ਨਹੀਂ ਸੀ ਹੁੰਦਾ। ਸੋ ਜਦੋਂ ਤੁਸੀਂ ਇੱਕ ਫਸਲ ਲਗਾਤੀ ਉਸ ਤੋਂ ਬਾਅਦ ਤੁਹਾਨੂੰ ਥੋੜੇ ਮਹੀਨੇ ਵੇਟ ਕਰਨੀ ਪੈਂਦੀ ਸੀ। ਸੋ ਉਸ ਸਮੇਂ ਮੇਨਲੀ ਇਸ ਸਕੀਮ ਦਾ ਫਾਇਦਾ ਦੇ ਕੇ ਜੋ ਵੀ ਅਨਸਕਿਲਡ ਫਿਜ਼ੀਕਲ ਵਰਕਰ ਹੁੰਦੇ ਸੀ ਜਿਨ੍ਹਾਂ ਦੇ ਕੋਲ ਕੰਮ ਨਹੀਂ ਸੀ, ਸੋ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਸੀ। ਨੈਕਸਟ ਇਜ਼ ਇੰਦਰਾ ਆਵਾਸ ਯੋਜਨਾ। ਇੰਦਰਾ ਆਵਾਸ ਯੋਜਨਾ ਸਟਾਰਟ ਹੋਈ 1985-86। ਇਹਦੇ ਅੰਦਰ ਜੋ ਵੀ ਬੌਂਡਡ ਲੇਬਰ ਸੀ ਜਿਨ੍ਹਾਂ ਨੂੰ ਫ੍ਰੀ ਕੀਤਾ ਗਿਆ ਸੀਗਾ ਪੁਰਾਣੇ ਸਮੇਂ ਤੋਂ, ਜਿਹੜੇ ਬੰਧੂਆ ਮਜ਼ਦੂਰੀ ਕਰਦੇ ਸੀ ਜਾਂ SC ST ਕੈਟੇਗਰੀ ਦੇ ਕੋਈ ਵੀ ਹੋਰ ਲੇਬਰ ਕਲਾਸ ਲੋਕ ਸੀ, ਉਹਨਾਂ ਨੂੰ ਬੇਸਿਕਲੀ ਫ੍ਰੀ ਆਫ ਕਾਸਟ
ਬਿਲਕੁਲ ਫ੍ਰੀ ਬਿਨਾਂ ਕੋਈ ਰੈਂਟ ਲਏ ਰੈਜ਼ੀਡੈਂਸ਼ੀਅਲ ਯੂਨਿਟ ਪ੍ਰੋਵਾਈਡ ਕਰਵਾਏ ਜਾਂਦੇ ਸੀ। ਆਵਾਸ ਦਾ ਮਤਲਬ ਹੈ ਰਹਿਣ ਲਈ ਜਗ੍ਹਾ ਦੇਣੀ, ਘਰ ਦੇਣਾ। ਸੋ ਇੰਦਰਾ ਆਵਾਸ ਯੋਜਨਾ ਮੇਨਲੀ ਫੋਕਸ ਕਰਦੀ ਹੈ ਰੈਜ਼ੀਡੈਂਸ਼ੀਅਲ ਯੂਨਿਟ ਉੱਤੇ। ਨੈਕਸਟ ਇਜ਼ ਪ੍ਰਾਈਮ ਮਿਨਿਸਟਰ ਰੋਜ਼ਗਾਰ ਯੋਜਨਾ 1993 ਵਿੱਚ ਲਾਂਚ ਕੀਤੀ ਗਈ। ਜੋ ਵੀ ਐਜੂਕੇਟਡ ਪੜ੍ਹਿਆ ਲਿਖਿਆ ਬੇਰੁਜ਼ਗਾਰ ਯੂਥ ਹੈ ਉਹਨੂੰ ਸੈਲਫ ਇੰਪਲੋਇਮੈਂਟ ਅਪੋਰਚੁਨਿਟੀਜ਼ ਕ੍ਰੀਏਟ ਕੀਤੀਆਂ ਗਈਆਂ ਨੇ ਇਸ ਸਕੀਮ ਦੇ ਅੰਦਰ। ਤੇ ਮੇਨਲੀ ਫੋਕਸ ਇਹਦਾ ਬੈਨੀਫਿਟ ਦਿੱਤਾ ਗਿਆ ਹੈ ਉਹ ਪਰਿਵਾਰਾਂ ਨੂੰ, ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦੀ ਆਮਦਨ 25,000 ਤੋਂ ਘੱਟ ਹੈ ਪਰ ਐਨਮ, ਮਤਲਬ ਇੱਕ ਸਾਲ ਦੀ 25,000 ਤੋਂ ਘੱਟ ਕਮਾਈ ਹੈ, ਉਹਨਾਂ ਫੈਮਲੀਜ਼ ਨੂੰ ਇਹਦਾ ਮੇਨ ਬੈਨੀਫਿਟ ਦਿੱਤਾ ਜਾਊਗਾ। ਇਹਦੇ ਅੰਦਰ ਕੀ ਹੈ, ਜੋ ਵੀ ਅਨਐਮਪਲੋਇਮੈਂਟ ਯੂਥ ਹੈ ਉਹਨੂੰ 1 ਲੱਖ ਰੁਪਏ ਦਾ ਲੋਨ ਦਿੱਤਾ ਜਾਊਗਾ ਸੋ ਦੈਟ ਉਹ ਆਪਣਾ ਕੋਈ ਛੋਟਾ ਬਿਜ਼ਨਸ ਸਟਾਰਟ ਕਰ ਸਕੇ। ਸੋ ਤੁਸੀਂ ਯਾਦ ਰੱਖਣਾ ਹੈ ਇਹ ਸਕੀਮ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ। ਨੰਬਰ 1 1993 ਈਅਰ। ਨੰਬਰ 2 ਪੂਅਰ ਫੈਮਲੀਜ਼ ਦੇ ਜਿਹੜੇ ਐਜੂਕੇਟਡ ਪੜ੍ਹੇ ਲਿਖੇ ਅਨਐਮਪਲੋਇਡ ਬੱਚੇ ਸੀ ਉਹਨਾਂ ਨੂੰ ਲੋਨ ਦੇਣਾ 1 ਲੱਖ ਰੁਪਏ ਦਾ ਸੋ ਦੈਟ ਉਹ ਆਪਣਾ ਕੋਈ ਖੁਦ ਦਾ ਕੰਮ ਸਟਾਰਟ ਕਰ ਸਕਣ। ਕਿਹੜੀਆਂ ਫੈਮਲੀਜ਼, ਜਿਨ੍ਹਾਂ ਦੀ ਸਾਲ ਦੀ ਕਮਾਈ 25,000 ਤੋਂ ਘੱਟ ਹੈ। ਨੈਕਸਟ ਇਜ਼ ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ। ਜਿਹੜੀ ਸਕੀਮ ਹੈ ਸਤੰਬਰ 2001 ਵਿੱਚ ਲਾਂਚ ਹੋਈ। ਇਹਦਾ ਮੇਨ ਮਕਸਦ ਸੀ ਪਿੰਡਾਂ ਦੇ ਵਿੱਚ ਫੂਡ ਸਿਕਿਉਰਿਟੀ ਦੇਣੀ, ਕਿਸੇ ਦੇ ਕੋਲ ਵੀ ਖਾਣ ਦੇ ਲਈ ਕੋਈ ਆਟਾ ਚਾਵਲ ਇਹ ਚੀਜ਼ਾਂ ਦੀ ਕਮੀ ਨਾ ਹੋਵੇ। ਨਾਲ ਹੀ ਨਾਲ ਫੂਡ ਸਿਕਿਉਰਿਟੀ ਦੇ ਨਾਲ ਫੋਕਸ ਹੈ ਇੰਪਲੋਇਮੈਂਟ ਉੱਤੇ, ਪਿੰਡਾਂ ਦੇ ਵਿੱਚ ਯੂਥ ਨੂੰ ਬੇਸਿਕਲੀ ਇੰਪਲੋਇਮੈਂਟ ਅਪੋਰਚੁਨਿਟੀਜ਼ ਕ੍ਰੀਏਟ ਕਰਵਾਉਣੀਆਂ। ਸੋ ਹੁਣ ਆਪਾਂ ਲਾਸਟ ਵਿੱਚ ਗੱਲ ਕਰਾਂਗੇ ਇੰਪੋਰਟੈਂਟ ਕਰੰਟ ਇਸ਼ੂ ਦੀ। ਤੇ ਅੱਜ ਦਾ ਜਿਹੜਾ ਇਕਨੋਮਿਕ ਇਸ਼ੂ ਹੈ that is related to today's topic only. So this is related to a scheme that is मनरेगा, ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ। ਸੋ ਇਹ ਨਿਊਜ਼ ਦੇ ਵਿੱਚ ਕਿਉਂ ਚੱਲ ਰਹੀ ਹੈ? ਨੰਬਰ 1 ਜਿਹੜੇ ਫੰਡਸ ਨੇ ਬਹੁਤ ਹੀ ਜ਼ਿਆਦਾ ਘੱਟ ਆ ਰਹੇ ਨੇ। ਸੋ ਜਿਹੜੀ ਲੋਕਲ ਗਵਰਨਮੈਂਟਸ ਦੀ ਰਿਸਪੌਂਸਿਬਿਲਿਟੀ ਹੈ, ਪੰਚਾਇਤ ਦੀ, ਗ੍ਰਾਮ ਸਭਾ ਦੀ, ਲੋਕਾਂ ਨੂੰ ਇੰਪਲੋਇਮੈਂਟ ਦੇ ਅੰਡਰ ਸਪੈਸ਼ਲੀ ਟਾਈਮ ਟੂ ਟਾਈਮ ਪ੍ਰੋਪਰ ਵੇਜ ਅਲਾਉੈਂਸ ਦੇਣੇ ਜਾਂ ਫਿਰ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਪ੍ਰੋਪਰ ਜਿੰਨਾ ਉਹ ਕੰਮ ਕਰ ਰਹੇ ਨੇ ਉਹਦੇ ਅਨੁਸਾਰ ਪ੍ਰੋਪਰ 100 ਡੇਜ਼ ਅਸ਼ੋਰਡ ਵੇਜ ਪੇਮੈਂਟ ਦੇਣੀ। ਸੋ ਜਿਹੜੇ ਇਹਦੇ ਕਰਕੇ ਫੰਡਿੰਗ ਆਉਂਦੀ ਹੁੰਦੀ ਹੈ ਸੈਂਟਰ ਗਵਰਨਮੈਂਟ ਤੋਂ ਉਹ ਨਹੀਂ ਆ ਰਹੀ ਡਿਊ ਟੂ ਕੋਵਿਡ-19 ਪੈਂਡੈਮਿਕ। ਇਹ ਬਹੁਤ ਹੀ ਜ਼ਿਆਦਾ ਇਸ਼ੂ ਸਾਹਮਣੇ ਆਇਆ ਹੈ। ਸੈਕਿੰਡ ਇੱਕ ਜਿਹੜੀ ਚੀਜ਼ ਆ ਰਹੀ ਹੈ, ਬਹੁਤ ਸਾਰੀ ਸਟੇਟਸ ਦੇ ਵਿੱਚ ਕਾਸਟ ਬੇਸਡ ਪੇਮੈਂਟ ਦਿੱਤੀ ਜਾ ਰਹੀ ਹੈ। ਮਤਲਬ ਕਿ ਕਈ ਕਾਸਟ ਵਾਲੇ ਲੇਬਰਰਸ ਨੂੰ, ਫॉर ਐਗਜ਼ਾਮਪਲ ਅਪਰ ਕਾਸਟ ਵਾਲਿਆਂ ਨੂੰ ਜਲਦੀ ਟਾਈਮ ਦੇ ਉੱਤੇ ਵੇਜਸ ਦਿੱਤੀਆਂ ਜਾ ਰਹੀਆਂ ਨੇ, ਲੋ ਕਾਸਟ ਵਾਲਿਆਂ ਨੂੰ ਡਿਲੇ ਕੀਤਾ ਜਾ ਰਿਹਾ ਹੈ। ਸੋ ਇਹ ਵੀ ਇਸ ਟਾਈਮ ਬਹੁਤ ਹੀ ਜ਼ਿਆਦਾ ਇੱਕ ਕੰਸਰਨ ਦਾ ਇਸ਼ੂ ਬਣਿਆ ਹੋਇਆ ਹੈ। ਹੁਣ ਆਪਾਂ ਦੇਖ ਲੈਂਦੇ ਹਾਂ ਇਹ ਸਕੀਮ ਕੀ ਹੈ। ਇਸ ਸਕੀਮ ਦੇ ਰਿਲੇਟਡ ਹਰ ਫੈਕਟ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ। ਸੋ ਇਸੇ ਲਈ ਇਹਦੀ ਪੂਰੀ ਡੀਟੇਲ ਦੇਖਣੀ, ਸਮਝਣੀ ਤੇ ਯਾਦ ਰੱਖਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਸਕੀਮ ਲਾਂਚ ਕਦੋਂ ਹੋਈ। So this scheme was introduced in 2005. ਇੱਕ guaranteed right to work provide ਕਰਦੀ ਹੈ, ਇੱਕ ਇਹੋ ਜਿਹਾ social measure ਹੈ that guarantees the right to work। ਤੇ ਇਹਦੇ ਅੰਦਰ ਕੀ ਹੈ, ਜਿਹੜੀ ਰੂਰਲ ਏਰੀਆ ਦੀ ਲੋਕਲ ਗਵਰਨਮੈਂਟ ਹੈ, ਗ੍ਰਾਮ ਸਭਾ, ਗ੍ਰਾਮ ਪੰਚਾਇਤ, ਉਹ ਲੀਗਲੀ ਘੱਟੋ ਘੱਟ 100 ਦਿਨ ਅਸ਼ੋਰਡ ਕੰਮ ਦਿੰਦੇ ਨੇ ਵੇਜ ਇੰਪਲੋਇਮੈਂਟ। ਸੋ ਬਦਲੇ ਜਿਹੜਾ ਕੰਮ ਕਰਵਾਉਂਦੇ ਨੇ ਪ੍ਰੋਪਰ ਵੇਜਿਸ ਦਿੱਤੀਆਂ ਜਾਂਦੀਆਂ ਨੇ। ਇਹਦੇ ਹੁਣ ਆਬਜੈਕਟਿਵ ਕੀ ਹੈ? Generation of paid rural employment of not less than 100 days। ਹਰ ਵਰਕਰ ਨੂੰ ਜਿਹੜਾ ਕਿਸੇ ਵੀ ਤਰ੍ਹਾਂ ਦਾ ਅਨਸਕਿਲਡ ਲੇਬਰ ਵਰਕ, ਕੋਈ ਵੀ ਦਿਹਾੜੀ ਵਾਲਾ ਅਨਸਕਿਲਡ ਕੰਮ ਕਰਨਾ ਚਾਹੁੰਦਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਵੋਲੰਟੀਅਰ ਕਰਦਾ ਹੈ ਉਸ ਇਨਸਾਨ ਨੂੰ, ਉਸ ਵਰਕਰ ਨੂੰ ਘੱਟੋ ਘੱਟ 100 ਦਿਨ ਕੰਮ ਦਿੱਤਾ ਜਾਊਗਾ ਤੇ ਉਹਦੇ ਬਦਲੇ ਪ੍ਰੋਪਰ ਵੇਜਿਸ ਵੀ ਪੇ ਕੀਤੀਆਂ ਜਾਣਗੀਆਂ। ਨੰਬਰ 2 ਤੇ ਸਕੀਮ ਦਾ ਫੋਕਸ ਹੈ ਕਿ ਲੋਕਾਂ ਨੂੰ ਰੂਰਲ ਏਰੀਆਜ਼ ਤੇ ਤੱਕ ਹੀ ਅਟਰੈਕਟ ਕਰਕੇ ਰੱਖਿਆ ਜਾਵੇ। ਸੋ ਜਿਹੜੀ ਅਰਬਨ ਮਾਈਗ੍ਰੇਸ਼ਨ ਹੈ ਉਹਨੂੰ ਆਪਾਂ ਘਟਾ ਸਕੀਏ। ਇਹ ਦਾ ਨੈਕਸਟ ਆਬਜੈਕਟਿਵ ਹੈ ਰਿਡਿਊਸ ਅਰਬਨ ਮਾਈਗ੍ਰੇਸ਼ਨ ਫਰੋਮ ਰੂਰਲ ਏਰੀਆ। ਥਰਡ ਇੰਪੋਰਟੈਂਟ ਆਬਜੈਕਟਿਵ ਹੈ ਕਿ ਜਿਹੜਾ ਰੂਰਲ ਇਨਫਰਾਸਟ੍ਰਕਚਰ ਹੈ ਉਹਨੂੰ ਹੀ ਹੋਰ ਜ਼ਿਆਦਾ ਸਹੀ ਤਰੀਕੇ ਦੇ ਨਾਲ ਕ੍ਰੀਏਟ ਕੀਤਾ ਜਾਵੇ। ਉੱਥੋਂ ਦੀ ਜਿਹੜੀ ਪਾਰਟਿਕੂਲਰ ਰੂਰਲ ਏਰੀਆ ਦੀ ਅਨਟੈਪਡ ਲੇਬਰ ਹੈ ਜਿਹੜੀ ਪਹਿਲਾਂ ਕੋਈ ਕੰਮ ਨਹੀਂ ਕਰ ਰਹੀ, ਹੁਣ ਉਹਨੂੰ ਆਪਾਂ ਪ੍ਰੋਪਰ ਅਸ਼ੋਰਡ ਕੰਮ ਦੇ ਰਹੇ ਹਾਂ। ਸੋ ਉੱਥੋਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਹੋਰ ਵਧੀਆ ਕਰਨ ਦੇ ਲਈ ਆਪਾਂ ਜਦੋਂ ਉੱਥੋਂ ਦੀ ਰੂਰਲ ਲੇਬਰ ਦੀ ਹੈਲਪ ਲੈਂਦੇ ਹਾਂ ਸੋ ਉਹਦੇ ਨਾਲ ਕੀ ਹੈ, ਇਟ ਕ੍ਰੀਏਟ ਰੂਰਲ ਇਨਫਰਾਸਟ੍ਰਕਚਰ ਬਾਈ ਯੂਜ਼ਿੰਗ ਅਨਟੈਪਡ ਰੂਰਲ ਲੇਬਰ। ਸੋ ਇਹ 3 ਮੇਨ ਆਬਜੈਕਟਿਵ ਨੇ ਇਸ ਸਕੀਮ ਦੇ। ਤੁਸੀਂ ਯਾਦ ਰੱਖਣਾ 2005 ਇਸ ਸਕੀਮ ਦੀ ਫੁੱਲ ਫਾਰਮ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ। ਦੈਨ ਇਹਦੇ ਮੇਨ ਕੀ ਫੀਚਰਸ।
ਨੈਕਸਟ ਇਜ਼ ਕੌਣ ਐਲੀਜੀਬਲ ਹੈ, ਇਸ ਸਕੀਮ ਦਾ ਬੈਨੀਫਿਟ ਕੌਣ-ਕੌਣ ਲੈ ਸਕਦਾ ਹੈ, ਫਾਇਦਾ ਕੌਣ-ਕੌਣ ਲੈ ਸਕਦਾ ਹੈ। ਨੰਬਰ 1 ਤੇ ਜਿਹਨੇ ਵੀ ਆਪਣੇ ਆਪ ਨੂੰ ਇਸ ਸਕੀਮ ਦੇ ਅੰਦਰ ਪ੍ਰੋਪਰ ਰਜਿਸਟਰ ਕਰਵਾਉਣਾ, ਜੋ ਐਪਲੀਕੈਂਟ ਹੈ ਕਿ ਮੈਂ ਕੰਮ ਕਰਨ ਲਈ ਤਿਆਰ ਆ ਐਜ਼ ਅਨਸਕਿਲਡ ਲੇਬਰ, ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, ਮਸਟ ਬੀ ਅ ਸਿਟੀਜ਼ਨ ਆਫ ਇੰਡੀਆ। ਜੌਬ ਸੀਕਰ ਨੇ ਜੋ ਕੰਮ ਲੈਣਾ ਚਾਹ ਰਿਹਾ ਹੈ, ਜਿਸ ਸਮੇਂ ਉਹਨੇ ਐਪਲੀਕੇਸ਼ਨ ਲਗਾਈ ਹੈ ਗ੍ਰਾਮ ਪੰਚਾਇਤ ਦੇ ਕੋਲ, ਉਸ ਸਮੇਂ ਉਹ 18 ਸਾਲ ਦੀ ਉਮਰ ਕੰਪਲੀਟ ਕਰ ਚੁੱਕਿਆ ਹੋਣਾ ਚਾਹੀਦਾ ਹੈ। ਸੋ ਜੌਬ ਸੀਕਰ ਹੈਜ਼ ਕੰਪਲੀਟਡ 18 years of age at the time of application। ਆਲਸੋ ਜਿਹੜੀ ਐਪਲੀਕੇਸ਼ਨ ਹੈ ਉਹ ਤੁਸੀਂ ਲੋਕਲ ਗ੍ਰਾਮ ਪੰਚਾਇਤ ਦੇ ਕੋਲ ਲਗਾਉਣੀ ਹੈ। ਐਂਡ ਫੋਰਥਲੀ ਐਪਲੀਕੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਦਾ ਕੰਮ ਕਰਨ ਜਾ ਰਿਹਾ ਹੈ, ਕਿਸ ਤਰ੍ਹਾਂ ਦੇ ਕੰਮ ਦੇ ਲਈ ਉਹ ਵੋਲੰਟੀਅਰ ਕਰ ਰਿਹਾ ਹੈ। ਸੋ ਕੰਮ ਹੈ ਅਨਸਕਿਲਡ ਲੇਬਰ ਕੈਟੇਗਰੀ ਦਾ। ਇੰਪਲੀਮੈਂਟੇਸ਼ਨ, ਸਕੀਮ ਲਾਗੂ ਕਿਵੇਂ ਹੁੰਦੀ ਹੈ। ਜਦੋਂ ਤੁਸੀਂ ਐਪਲੀਕੇਸ਼ਨ ਦੇਤੀ ਲੋਕਲ ਗ੍ਰਾਮ ਪੰਚਾਇਤ ਦੇ ਕੋਲ ਕਿ ਮੈਂ 18 ਸਾਲ ਦੀ ਏਜ ਕੰਪਲੀਟ ਕਰ ਲਈ ਤੇ ਮੈਂ ਨਰੇਗਾ ਦੇ ਅੰਦਰ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ, 15 ਦਿਨਾਂ ਦੇ ਅੰਦਰ ਅੰਦਰ ਜਿਹੜੀ ਲੋਕਲ ਗ੍ਰਾਮ ਪੰਚਾਇਤ ਹੈ ਜਾਂ ਤਾਂ ਤੁਹਾਨੂੰ ਕੰਮ ਦਊਗੀ, ਜਾਂ ਫਿਰ ਜੇ 15 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਕੰਮ ਨਹੀਂ ਦੇ ਪਾ ਰਹੀ ਤਾਂ ਜਿਹੜਾ ਤੁਹਾਡਾ ਰਾਈਟ ਟੂ ਗੈਟ ਅਨਐਮਪਲੋਇਮੈਂਟ ਅਲਾਉਐਂਸ ਹੈ, ਜਿਹੜਾ ਤੁਹਾਨੂੰ ਬੇਰੁਜ਼ਗਾਰੀ ਅਲਾਉਐਂਸ ਮਿਲਦਾ, ਇੱਕ ਭੱਤਾ ਮਿਲਦਾ, ਉਹ ਤੁਹਾਨੂੰ ਮਿਲਣਾ ਸਟਾਰਟ ਹੋ ਜਾਊਗਾ। ਨੈਕਸਟ ਇਜ਼ ਜਿਹੜੀ ਮਨਰੇਗਾ ਹੈ, ਇਹਦਾ ਪ੍ਰੋਪਰ ਸੋਸ਼ਲ ਆਡਿਟਿੰਗ ਹੁੰਦੀ ਹੈ, ਜਿਹੜੇ ਦੇ ਫੰਡਸ ਨੇ ਉਹਨਾਂ ਨੂੰ ਪ੍ਰੋਪਰ ਚੈੱਕ ਕੀਤਾ ਜਾਂਦਾ ਹੈ। ਸੋ ਪੂਰਾ ਟਰਾਂਸਪੇਰੈਂਸੀ ਦੇ ਨਾਲ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਜਿਹੜੀ ਗ੍ਰਾਮ ਸਭਾ ਹੈ ਉਹੀ ਮੇਨ ਪ੍ਰਿੰਸੀਪਲ ਅਥਾਰਟੀ ਹੈ, ਜਿਹਦੇ ਕੋਲ ਜੇ ਕਿਸੇ ਨੂੰ ਵੀ ਐਪਲੀਕੈਂਟ ਨੂੰ ਜੋ ਕੰਮ ਕਰ ਰਿਹਾ ਉਹਨੂੰ ਵੇਜ ਨਹੀਂ ਮਿਲੀ ਟਾਈਮ ਤੇ ਜਾਂ ਕੋਈ ਵੀ ਹੋਰ ਇਸ਼ੂ ਹੈ, ਤਾਂ ਜਿਹੜੀ ਵੀ ਇਸ਼ੂ ਰੇਜ਼ ਕਰਨ ਦੀ ਗੱਲ ਹੈ ਤਾਂ ਉਹਦੇ ਲਈ ਅਥਾਰਟੀ ਕਿਹੜੀ ਹੈ, ਗ੍ਰਾਮ ਸਭਾ। ਨੈਕਸਟ ਗ੍ਰਾਮ ਸਭਾ ਹੀ ਹੈ ਜਾਂ ਫਿਰ ਗ੍ਰਾਮ ਪੰਚਾਇਤ ਹੀ ਹੈ ਜਿਹੜੀ ਡਿਸਾਈਡ ਕਰੂਗੀ ਕਿ ਕਿਹਨੂੰ ਕੰਮ ਦੇਣਾ ਹੈ, ਕੌਣ ਪ੍ਰੋਪਰ ਐਪਲੀਕੈਂਟ ਹੈ, ਸੋ ਜਿਹਨੂੰ ਕਦੋਂ ਕਿਹੜਾ ਕੰਮ ਦੇਣਾ ਹੈ, ਹਰ ਤਰ੍ਹਾਂ ਦੀ ਪ੍ਰਾਇੋਰਟੀ ਫਿਕਸ ਕਰਨੀ, ਅਪਰੂਵਲ ਦੇਣਾ ਕੰਮ ਦੇ ਲਈ ਕਿਹਦਾ ਕੰਮ ਹੈ, ਗ੍ਰਾਮ ਪੰਚਾਇਤ ਗ੍ਰਾਮ ਸਭਾ। ਸੋ ਤੁਹਾਨੂੰ ਐਗਜ਼ਾਮ ਦੇ ਲਈ ਅਥਾਰਟੀਜ਼ ਪਤਾ ਹੋਣੀਆਂ ਚਾਹੀਦੀਆਂ ਨੇ ਕਿਹੜੀਆਂ ਇਹਦੇ ਅੰਦਰ ਕੰਮ ਕਰ ਰਹੀਆਂ ਨੇ, ਕਿੰਨਾ ਟਾਈਮ ਪੀਰੀਅਡ ਹੈ। ਸੋ ਟਾਈਮ ਪੀਰੀਅਡ is 15 days। So this was all about our today's demo lecture on economy for the course of PPSC Combined Cooperatives Inspector as well as Naib Tahsildar।